ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 155 ਤੇ ਅੰਗ ਨੰਬਰ 155 ਉੱਤੋਂ ਤੀਸਰੀ ਪੰਕਤੀ ਹੈ। 2 ਨੰਬਰ ਤੋਂ ਬਾਅਦ ਤੂੰ ਕਾਇਆ ਰਹੀਐ ਸੁਪਨੰਤਰ, ਤੂੰ ਕਾਇਆ ਰਹੀਐ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਕਰ ਚੋਰੀ ਮੈਂ ਜਾਂ ਕਿਛ ਲਿਆ, ਤਾਂ ਮਨ ਭਲਾ ਭਾਇਆ। ਹਲਤ ਨ ਸੋਭਾ ਪਲਤ ਨ ਢੋਈ, ਅਹਿਲਾ ਜਨਮ ਗਵਾਇਆ। ਹੇ ਸਰੀਰਾ, ਸੁਪਨੰਤਰ ਦੇ ਸੁਪਨੇ ਵਿੱਚ ਤੂੰ ਤਾਂ ਸਾਰੀ ਉਮਰ ਸੁਪਨੇ 'ਚ ਬਿਤਾਤੀ ਹੈ। ਤੁਧ ਕਿਆ ਕਰਮ ਕੋ ਹੈ, ਕੀ ਆ ਕੇ ਕਰਮ ਕੀਤਾ ਵੇ? ਕੋਈ ਚੱਜ ਦਾ ਤਾਂ ਕੰਮ ਹੀ ਨਹੀਂ ਆ ਕੇ ਕੀਤਾ। ਕਰ ਚੋਰੀ ਮੈਂ ਜਾਂ ਕਿਛ ਲਿਆ, ਤਾਂ ਮਨ ਭਲਾ ਪਾਇਆ। ਚੋਰੀ ਕਰਕੇ ਜੇ ਕੁਝ ਪ੍ਰਾਪਤ ਕੀਤਾ ਤਾਂ ਮਨ ਨੂੰ ਬੜਾ ਚੰਗਾ ਲੱਗਾ ਵੀ ਆਹ ਅੱਜ ਇੰਨਾ ਮਾਲ ਮਿਲ ਗਿਆ। ਮਨ ਨੂੰ ਭਲਾ ਪਾਇਆ, ਚੰਗਾ ਲੱਗਾ। ਹਲਤ ਨ ਸੋਭਾ ਪਲਤ ਨ ਢੋਈ, ਇਹਨੂੰ ਹਲਤ ਪਲਤ ਨਹੀਂ ਪੜ੍ਹਨਾ। ਜੇ ਪੰਜਾਬੀ ਦਾ ਸ਼ਬਦ ਦਾ ਫਿਰ ਪੜ੍ਹਦੇ ਹਲਤ ਪਲਤ, ਇਹ ਹਿੰਦੀ ਦਾ ਸ਼ਬਦ ਹੈ। ਹਿੰਦੀ 'ਚ ਲੱਲਾ ਅੱਧਾ ਹੈ, ਇਸ ਨੂੰ ਬੋਲਣਾ ਹਲਤ ਨ ਸੋਭਾ ਪਲਤ ਨ ਢੋਏ। ਹਲਤ ਹੁੰਦਾ ਲੋਕ, ਪਲਤ ਹੁੰਦਾ ਪਰਲੋਕ, ਅਹਿਲਾ ਹੁੰਦਾ ਵਿਅਰਥ। ਇਹੋ ਜਿਹੇ ਮਨੁੱਖ ਨੂੰ ਫਿਰ ਲੋਕ ਪਰਲੋਕ 'ਚ ਨਾ ਸੋਭਾ ਮਿਲਦੀ ਹੈ, ਨਾ ਕੋਈ ਢੋਈ ਓਟ ਆਸਰਾ ਮਿਲਦਾ ਹੈ। ਅਹਿਲਾ ਜਨਮ ਗਵਾਇਆ, ਅਤੇ ਉਹ ਇਸ ਮਨੁੱਖਾ ਜੀਵ ਨੂੰ ਵਿਅਰਥ ਗਵਾ ਕੇ ਚਲੇ ਜਾਂਦਾ ਹੈ। ਆਉਣਾ ਸੀ, ਸ਼ੁਭ ਕਰਮ ਕਰਨੇ ਸਨ, ਨਾਮ ਜਪਣਾ ਸੀ, ਦੋਨੇ ਕੀਤੇ ਨਹੀਂ। ਨਾ ਨਾਮ ਜਪਿਆ ਅਤੇ ਉਲਟਾ ਪੁੱਠੇ ਕੰਮ ਕਰਦਾ ਰਿਹਾ। ਇਸ ਲਈ ਮਨੁੱਖਾ ਜੀਵਨ ਜਿਸ ਕੰਮ ਲਈ ਮਿਲਿਆ ਸੀ ਅਤੇ ਕੀਤਾ ਹੀ ਨਾ, ਇਸ ਵਿਅਰਥ ਚਲਿਆ ਗਿਆ। ਜਿਵੇਂ ਤੁਹਾਡਾ ਬੱਚਾ ਹੈ, ਤੁਸੀਂ ਉਸਨੂੰ ਸਕੂਲ ਪੜ੍ਹਨ ਲਈ ਭੇਜਦੇ ਹੋ, ਉਹ ਉੱਥੇ ਪੜ੍ਹਦਾ ਹੀ ਨਹੀਂ ਹੈ। ਇਹਦਾ ਮਤਲਬ ਉਹ ਤਾਂ ਸਮਾਂ ਵਿਅਰਥ ਕਰਕੇ ਆ ਗਿਆ। ਇਸ ਲਈ ਸਾਨੂੰ ਸੰਸਾਰ 'ਤੇ ਭੇਜਿਆ ਵੀ ਜਾਓ, ਜਾ ਕੇ ਨਾਮ ਜਪੋ, ਸ਼ੁਭ ਕਰਮ ਕਰੋ। ਪਰ ਇੱਥੇ ਮਨੁੱਖ ਦੇਖਿਆ ਮੈਂ ਆ ਕੇ ਪੁੱਠੇ ਕੰਮ ਕਰਦੇ ਰਹਿੰਦੇ ਨੇ, ਨਾਮ ਜਪਣਾ ਨਹੀਂ ਹੈ। ਕਹਿੰਦੇ ਫਿਰ ਨਾ ਲੋਕ 'ਚ ਨਾ ਪਰਲੋਕ 'ਚ ਕੋਈ ਓਟ ਆਸਰਾ ਨਹੀਂ ਮਿਲਦਾ, ਅਤੇ ਮਨੁੱਖ ਇਹ ਜੀਵਨ ਵਿਅਰਥ ਗਵਾ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ। ਹਾਂ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨ ਪੁੱਛੇ ਕੋਈ। ਖਰੀ ਮੈਨੇ ਬਹੁਤ ਜ਼ਿਆਦਾ, ਦੁਹੇਲੀ ਮੈਨੇ ਦੁਖੀ। ਸੁਹੇਲੀ ਹੁੰਦਾ ਸੁਖੀ, ਦੁਹੇਲੀ ਮੈਨੇ ਦੁਖੀ। ਹੇ ਬਾਬਾ ਨਾਨਕ, ਭਾਵ ਹੇ ਭਾਈ, ਮੈਂ ਇੱਥੇ ਸੰਸਾਰ 'ਚ ਬਹੁਤ ਦੁਖੀ ਹੋਈ ਹਾਂ। ਮੇਰੀ ਬਾਤ ਨਾ ਪੁੱਛੇ ਕੋਈ, ਮੇਰੇ ਤੋਂ ਕੋਈ ਬਾਤ ਹੀ ਨਹੀਂ ਪੁੱਛਦਾ। ਜੇ ਕੋਈ ਬੰਦਾ ਹਸਪਤਾਲ ਦਾਖਲ ਹੋਵੇ ਅਤੇ ਉਹਦਾ ਕੋਈ ਹਾਲ ਚਾਲ ਹੀ ਨਾ ਪੁੱਛਣ ਜਾਏ, ਅੜ ਕੇ ਯਾਰ ਮੇਰੇ ਤੇ ਕਿਸੇ ਨੇ ਸਾਰ ਹੀ ਨਹੀਂ ਲਈ, ਕਿਸੇ ਨੇ ਬਾਤ ਹੀ ਨਹੀਂ ਪੁੱਛੀ। ਇਹ ਸਰੀਰ ਜਿਹੜਾ ਕਹਿ ਰਿਹਾ ਹੈ, ਕਾਇਆ ਕਹਿ ਰਹੀ ਹੈ ਕਿ ਮੈਂ ਤਾਂ ਬਹੁਤ ਦੁਖੀ ਹੋਈ ਹਾਂ, ਮੇਰੇ ਤੇ ਬਾਤ ਹੀ ਨਹੀਂ ਪੁੱਛ ਰਿਹਾ। ਤਾਜ਼ੀ, ਇਹਨੂੰ ਤਾਜ਼ੀ ਨਹੀਂ ਪੜ੍ਹਨਾ, ਤਾਜ਼ੀ ਫਾਰਸੀ ਦਾ ਸ਼ਬਦ ਹੈ। ਤਾਜ਼ੀ ਘੋੜੇ ਘੋੜੀਆਂ ਨੂੰ ਕਹਿੰਦੇ ਨੇ। ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ, ਕਿਸ ਹੀ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਕੂਜ਼ਾ, ਇਹਨੂੰ ਕੂਜਾ ਨਹੀਂ ਪੜ੍ਹਨਾ, ਕੂਜ਼ਾ ਹੁੰਦੀ ਮਿਸ਼ਰੀ। ਕੂਜ਼ਾ ਮੇਵਾ ਮੈਂ ਸਭ ਕੁਛ ਚਾਖਿਆ,
ਇੱਕ ਅੰਮ੍ਰਿਤ ਨਾਮ ਤੁਮਾਰਾ। ਤਾਜ਼ੀ ਤੁਰਕੀ, ਤੁਰਕਿਸਤਾਨ ਦੇ ਘੋੜੇ ਘੋੜੀਆਂ ਉਸ ਦਿਨ ਬੜੇ ਪ੍ਰਸਿੱਧ ਸਨ। ਜੇ ਮੈਨੂੰ ਯਾਦ ਹੈ, ਛੋਟੇ ਹੁੰਦਿਆਂ ਬਲਦ ਲਿਆਇਆ ਕਦੇ ਰਾਜਸਥਾਨ ਤੋਂ। ਉੱਥੇ ਇੱਕ ਖਾਸ ਇਲਾਕਾ ਸੀ ਜਿੱਥੇ ਬਲਦ ਬੜੇ ਪ੍ਰਸਿੱਧ ਸਨ। ਹਾਂ, ਨਗੌਰ। ਹਾਲਾਂਕਿ ਤਾਂ ਵੱਡਾ ਨਗੌਰੀਆ ਕਹਿੰਦੇ, ਬੜੇ ਤਗੜੇ ਬਲਦ ਹੁੰਦੇ। ਇਸ ਲਈ ਤੁਰਕਿਸਤਾਨ ਦੇ ਘੋੜੇ ਘੋੜੀਆਂ ਬਹੁਤ ਵਧੀਆ। ਤਾਜ਼ੀ ਤੁਰਕੀ, ਤੁਰਕਿਸਤਾਨ ਦੇ ਘੋੜੇ ਘੋੜੀਆਂ। ਸੋਇਨਾ ਪਾਵ ਸੋਨਾ, ਰੁਪਾ ਬਣੇ ਚਾਂਦੀ, ਕੱਪੜ ਕੇਰੇ ਭਾਰਾ, ਭਾਰਾ ਮਨੇ ਪੰਡਾ। ਕਿ ਜੇ ਕਿਸੇ ਕੋਲੇ ਤੁਰਕਿਸਤਾਨ ਦੇ ਘੋੜੇ ਘੋੜੀਆਂ ਹੋਣ, ਸੋਨਾ ਹੋਵੇ, ਚਾਂਦੀ ਹੋਵੇ ਅਤੇ ਕੱਪੜਿਆਂ ਦੇ ਢੇਰ ਹੋਣ, ਕਿਸ ਹੀ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਮੂਰਖਾ, ਕਿਸੇ ਦੇ ਨਾਲ ਵੀ ਇਹ ਚੀਜ਼ਾਂ ਨਹੀਂ ਜਾਣੀਆਂ, ਕਿਉਂਕਿ ਜਦੋਂ ਮਨੁੱਖ ਮਰਦਾ ਕੋਈ ਚੀਜ਼ ਨਾਲ ਨਹੀਂ ਜਾਂਦੀ ਹੈ। ਇਹ ਤਾਂ ਫਿਰ ਹਿੰਦੂਆਂ ਨੂੰ ਵੇਖ ਵੇਖ ਕੇ ਸਿੱਖ ਵੀ ਮਰਨ ਵੇਲੇ ਕੱਪੜੇ ਦੇ ਬਿਸਤਰਾ ਦੇਣ ਲੱਗ ਗਏ, ਮੰਜਾ ਦੇਣ ਲੱਗ ਗਏ, ਇੱਥੇ ਤਾਂ ਜੁੱਤੀਆਂ ਪਤਾ ਨਹੀਂ ਕੀ ਕੁਝ ਦਿੰਦੇ। ਸਿੱਖ ਧਰਮ ਕਹਿੰਦਾ ਨਾਲ ਕੋਈ ਚੀਜ਼ ਨਹੀਂ ਜਾਂਦੀ, ਕੋਈ ਵੀ ਸਥੂਲ ਚੀਜ਼ ਮਨੁੱਖ ਦੇ ਨਾਲ ਨਹੀਂ ਜਾਣੀ। ਜਦੋਂ ਚੀਜ਼ ਨਾਲ ਹੀ ਨਹੀਂ ਜਾਣੀ ਅਤੇ ਉਹਦਾ ਫਿਰ ਉਸ ਨੂੰ ਲਾਭ ਵੀ ਨਹੀਂ ਹੋਣਾ। ਉਹ ਫਿਰ ਇੱਕ ਵਾਰੀ ਚੱਲ ਪੈਂਦਾ, ਬਸ ਉਹੀ ਭੇਡ ਚਾਲ ਫਿਰ ਚੱਲੀ ਜਾਂਦੀ। ਜਿਵੇਂ ਘੜਾ ਲੈ ਜਾਣਗੇ, ਉਹ ਰਾਹ 'ਚ ਨੂੰ ਜਾ ਕੇ ਤੋੜਨਗੇ। ਦੱਸ, ਉਹੀ 40-50 ਰੁਪਏ ਦਾ ਘੜਾ ਹੀ ਤੋੜਦਾ ਫਾਲਤੂ ਦਾ, ਕੋਈ ਕੰਮ ਆਉਂਦਾ। ਕਈ ਮੈਂ ਦੇਖਿਆ ਮੜੀਆਂ 'ਚ ਜਿਹੜਾ ਹੈ ਫੂਕਣ ਤੋਂ ਬਾਅਦ ਫਿਰ ਉਹਦੇ ਤੀਲੇ ਜਿਹੇ ਤੋੜ ਰਹੇ ਹੁੰਦੇ ਨੇ ਵੀ ਸਾਡੀ ਤੇਰੀ ਅੱਜ ਟੁੱਟ ਫੁੱਟ ਹੋ ਗਈ। ਉਹ ਤਾਂ ਜਦੋਂ ਮਰ ਗਏ ਉਹਦੀ ਹੋ ਗਈ, ਹੁਣ ਕੀ ਹੋਣੀ। ਹਾਂ ਵੀ ਨਾਲ ਪੈਸੇ ਜਾਣਗੇ। ਸੋ ਯਾਦ ਰੱਖੇ, ਇਨਸਾਨ ਦੇ ਨਾਲ ਉਹਦੇ ਕੀਤੇ ਹੋਏ ਕਰਮ ਜਾਂਦੇ ਨੇ, ਚੰਗੇ ਕੀਤੇ ਮੰਦੇ ਕੀਤੇ। ਨਾਮ ਜਪਣਾ ਵੀ ਇੱਕ ਕਰਮ ਹੈ। ਜੋ ਅਸੀਂ ਕਰਮ ਕੀਤੇ ਸਾਰੀ ਉਮਰ 'ਚ ਉਹ ਸਾਡੇ ਨਾਲ ਜਾਣੇ ਨੇ ਬਸ। ਬਾਕੀ ਸੰਸਾਰ ਦੀ ਕੋਈ ਚੀਜ਼ ਨਾਲ ਨਹੀਂ ਜਾਂਦੀ। ਕਰਮਾਂ ਦੇ ਅਨੁਸਾਰ ਸਾਡਾ ਉੱਥੇ ਹਿਸਾਬ ਕਿਤਾਬ ਹੋਣਾ ਹੈ। ਕਰਮਾਂ ਦੇ ਅਨੁਸਾਰ ਉੱਥੇ ਸਾਨੂੰ ਸਜ਼ਾ ਜਾਂ ਇਨਾਮ ਮਿਲਣਾ ਹੈ। ਕਰਮਾਂ ਦੇ ਅਨੁਸਾਰ ਹੀ ਸਾਨੂੰ ਅਗਲਾ ਜੀਵਨ ਉੱਥੇ ਮਿਲਣਾ ਹੈ। ਸੋ ਇਸ ਲਈ ਸਿੱਖ ਧਰਮ ਕਹਿੰਦਾ ਕਿ ਭਾਈ ਨਾਲ ਤਾਂ ਕੋਈ ਜਾਣਾ ਨਹੀਂ ਹੈ। ਇੱਥੇ ਜਿੰਨਾ ਸਮਾਂ ਤੁਸੀਂ ਹੋ ਸ਼ੁਭ ਕਰਮ ਕਰੋ ਅਤੇ ਨਾਮ ਜਪੋ ਬਸ। ਗੱਲਾਂ ਹੀ ਦੋ ਨੇ, ਤੀਜੀ ਤਾਂ ਉਹ ਹੈ ਨਹੀਂ। ਵੀ ਕੀ ਕਰਨਾ ਚਾਹੀਦਾ ਜੀ? ਸ਼ੁਭ ਕਰਮ ਕਰਨੇ ਚਾਹੀਦੇ ਨੇ ਅਤੇ ਨਾਮ ਜਪਣਾ ਚਾਹੀਦਾ। ਸ਼ੁਭ ਕਰਮ ਕਿਹੜੇ ਹੁੰਦੇ ਨੇ ਜੀ? ਉਹ ਕਰਮ ਜਿਸ ਨਾਲ ਦੂਜੇ ਦਾ ਨੁਕਸਾਨ ਨਾ ਹੋਵੇ, ਉਹ ਸ਼ੁਭ ਕਰਮ। ਉਹ ਕਰਮ ਜਿਸ ਨਾਲ ਦੂਸਰੇ ਦਾ ਨੁਕਸਾਨ ਨਾ ਹੋਵੇ, ਉਹ ਸ਼ੁਭ ਕਰਮ ਹੈ। ਇਸ ਲਈ ਕਰਮ ਕਰਨ ਤੋਂ ਪਹਿਲਾਂ ਵੇਖ ਲੈਣਾ ਚਾਹੀਦਾ ਕਿ ਇਹਦੇ ਨਾਲ ਕਿਸੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਜੇ ਨੁਕਸਾਨ ਹੋ ਰਿਹਾ ਹੈ ਤਾਂ ਇਹਦੇ ਮਤਲਬ ਉਹ ਸ਼ੁਭ ਕਰਮ ਨਹੀਂ ਹੈ। ਸੋ ਸ਼ੁਭ ਕਰਮ ਕਰਨੇ, ਨਾਮ ਜਪਣਾ ਅਤੇ ਫਿਰ ਮੌਜ ਕਰਨੀ। ਕਿਉਂ? ਜਦ ਤੁਸੀਂ ਸ਼ੁਭ ਕਰਮ ਕਰੋਗੇ, ਨਾਮ ਜਪੋਗੇ, ਤੁਹਾਡੇ ਪੱਲੇ ਸੱਚ ਹੋਵੇਗਾ। ਅਤੇ ਕਹਾਵਤ ਹੈ, ਪੱਲੇ ਹੋਵੇ ਸੱਚ ਕੋਠੇ ਚੜ੍ਹ ਕੇ ਨੱਚ। ਜੋ ਪੱਲੇ ਸੱਚ ਹੈ ਫਿਰ ਕਿਤੇ ਕੋਈ ਡਰ ਨਹੀਂ, ਕੋਈ ਫਿਕਰ ਨਹੀਂ, ਫਾਕਾ ਨਹੀਂ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਤਾਜ਼ੀ ਤੁਰਕੀ, ਤੁਰਕਿਸਤਾਨ ਦੇ ਘੋੜੇ, ਸੋਨਾ ਰੁਪਾ ਚਾਂਦੀ, ਕੱਪੜਿਆਂ ਦੇ ਢੇਰ, ਕਿਸੇ ਹੀ ਨਾਲ ਨਾ ਚੱਲੇ। ਅੱਜ ਤੱਕ ਕਿਸੇ ਨਾਲ ਨਹੀਂ ਗਏ, ਝੜ ਝੜ ਪਏ ਗਵਾਰਾ। ਮੂਰਖਾ, ਇਹ ਤਾਂ ਇੱਥੇ ਰਹਿ ਰੂ ਜਾਂਦੇ ਨੇ, ਇਹ ਤਾਂ ਇੱਥੇ ਰਹਿ ਜਾਂਦੇ। ਕੂਜ਼ਾ ਮੇਵਾ ਮੈਂ ਸਭ ਕੁਛ ਚੱਖਿਆ, ਮੈਂ ਮਿਸ਼ਰੀ ਖਾ ਕੇ ਵੇਖੀ ਹੈ। ਮੇਵਾ ਡਰਾਈ ਫਰੂਟ, ਮੈਂ ਡਰਾਈ ਫਰੂਟ ਖਾਧੇ ਨੇ। ਮੈਂ ਸਭ ਕੁਝ ਖਾ ਕੇ ਦੇਖਿਆ। ਇੱਕ ਅੰਮ੍ਰਿਤ ਨਾਮ ਤੁਮਾਰਾ ਹੈ। ਪਰਮਾਤਮਾ ਜਿਹੜਾ ਤੇਰਾ ਨਾਮ ਹੈ ਨਾ,
ਇਹ ਸਭ ਤੋਂ ਵੱਧ ਮਿੱਠਾ ਹੈ। ਸ਼ੱਕਰ, ਖੰਡ, ਨਿਵਾਤ, ਗੁੜ, ਮੱਖ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨ ਪੁੱਜਣ ਤੁਧ। ਕਹਿੰਦੇ ਸ਼ੱਕਰ, ਖੰਡ, ਨਿਵਾਤ, ਮਿਸ਼ਰੀ, ਗੁੜ, ਦੁੱਧ ਸਭ ਮਿੱਠੇ ਨੇ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹੈ। ਪਰਮਾਤਮਾ ਦਾ ਨਾਮ ਸਭ ਤੋਂ ਵੱਧ ਮਿੱਠਾ ਹੈ। ਇਸ ਲਈ ਕਹਿੰਦੇ ਮੈਂ ਮਿਸ਼ਰੀ ਖਾ ਕੇ ਦੇਖੀ ਹੈ, ਮੇਵੇ ਖਾਧੇ ਨੇ, ਇਹਨੂੰ ਚੱਖ ਕੇ ਵੇਖੇ ਕਿਹੋ ਜਿਹਾ ਸਵਾਦ ਨੇ, ਪਰ ਨਹੀਂ, ਇੱਕ ਅੰਮ੍ਰਿਤ ਨਾਮ ਤੁਮਾਰਾ, ਤੇਰਾ ਨਾਂ ਤੇ ਅੰਮ੍ਰਿਤ ਹੈ। ਅੰਮ੍ਰਿਤ ਹਮੇਸ਼ਾ ਮਿੱਠਾ ਹੁੰਦਾ ਔਰ ਬਹੁਤ ਮਿੱਠਾ ਹੁੰਦਾ। ਜਦੋਂ ਅੰਮ੍ਰਿਤ ਤਿਆਰ ਕਰਦੇ ਨੇ ਬਹੁਤ ਮਿੱਠਾ ਪਾਉਂਦੇ ਨੇ। ਜਿਹਨਾਂ ਵਿਚਾਰੇ ਰੋਜ਼ ਕਹਿੰਦੇ ਭਰੋ ਦੋ ਘੁੱਟ ਨਾਲ, ਕਈ ਹੁੰਦੇ ਸਨ ਕਿਤੇ ਸ਼ੂਗਰ ਨਾ ਹੋ ਜਾਏ। ਜਿਵੇਂ ਅੱਜ ਕੱਲ੍ਹ ਤਾਂ ਹੁਣ ਥੋੜ੍ਹੇ ਜਿਹੇ ਆਪਾਂ ਨਾ ਦੇਗ ਜਿਹੜੇ ਘੱਟ ਮਿੱਠਾ ਪਾਉਣ ਲੱਗ ਪਿਆ, ਨਹੀਂ ਤਾਂ ਪਹਿਲਾਂ ਬਰਾਬਰ ਦਾ ਪਾਉਂਦੇ ਸਨ। ਜੇ ਇੱਕ ਸੇਰ ਆਟਾ, ਇੱਕ ਸੇਰ ਮਿੱਠਾ, ਇੱਕ ਸੇਰ ਘਿਓ, 4 ਸੇਰ ਪਾਣੀ, 4 ਗੁਣਾ ਪਾਣੀ ਪਾਉਂਦੇ ਸੀ, ਫਿਰ ਉਹ ਦੇਗ ਤਿਆਰ ਕਰਦੇ ਸੀ। ਇਸ ਲਈ ਉਹ ਬਹੁਤ ਸਿੰਧੀ ਵੀ ਹੁੰਦੀ ਸੀ ਅਤੇ ਮਿੱਠੀ ਵੀ ਹੋਣ ਨਾਲੋਂ ਜ਼ਿਆਦਾ ਹੁੰਦੀ ਸੀ। ਹੁਣ ਫਿਰ ਲੋੜ ਅਨੁਸਾਰ ਥੋੜ੍ਹਾ ਬੰਦਾ ਘਟਾਤਾ, ਮਿੱਠਾ ਘਟਾਤਾ। ਭਈ ਸੰਗਤ ਜਿਹੜੀ ਨਾ ਉਹ ਕਹਿੰਦੇ ਫਿਰ ਇਹ ਚੂੰਡੇ ਜਿਹੀ ਐਂ ਜਿਹੀ ਕਰ ਲੈਂਦੇ ਨੇ, ਉਹਦਾ ਮਤਲਬ ਥੋੜ੍ਹੀ ਜਿਹੀ ਬਸ। ਸੋ ਇਸ ਲਈ ਕਹਿੰਦੇ ਜਿਹੜਾ ਹੇ ਪਰਮਾਤਮਾ, ਜਿਹੜਾ ਤੇਰਾ ਨਾਮ ਹੈ ਨਾ, ਇਹ ਤਾਂ ਅੰਮ੍ਰਿਤ ਹੈ, ਇਹ ਸਭ ਤੋਂ ਮਿੱਠਾ ਹੈ। ਦੇ ਦੇ ਨੀਮ ਦੀਵਾਲ ਉਸਾਰੀ, ਭਸ ਮੰਦਰ ਕੀ ਢੇਰੀ, ਸੰਚੇ ਸੰਚ ਨ ਦੇਈ ਕਿਸ ਹੀ, ਅੰਧ ਜਾਣੈ ਸਭ ਮੇਰੀ, ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੈ ਨ ਕੇਰੀ। ਦੇ ਦੇ ਨੀਮ, ਨੀਹਾਂ ਪੱਟ ਪੱਟ ਕੇ, ਦੀਵਾਲ ਹਿੰਦੀ ਦਾ ਸ਼ਬਦ ਹੈ ਜਿਹਨੂੰ ਕਹਿੰਦੇ ਦੀਵਾਰ, ਕੰਧ। ਗੁਰਬਾਣੀ ਦੇ ਵਿੱਚ ਰਾਰੇ ਨੂੰ ਕਈ ਵਾਰੀ ਲੱਲੇ ਦੇ ਤੌਰ 'ਤੇ ਅਤੇ ਕਈ ਵਾਰੀ ਲੱਲੇ ਨੂੰ ਰਾਰੇ ਦੇ ਤੌਰ 'ਤੇ ਵਰਤਿਆ ਹੁੰਦਾ ਹੈ। ਕਹਿੰਦੇ ਨੀਹਾਂ ਪੁੱਟ ਪੁੱਟ ਕੇ ਕੰਧ ਉਸਾਰੀ, ਦੀਵਾਰ ਉਸਾਰੀ, ਬਸ ਮੰਦਰ ਕੀ ਢੇਰੀ। ਪਰ ਜਿਹੜਾ ਬਣਾਇਆ ਮੰਦਰ, ਇੱਥੇ ਮੰਦਰ ਤੋਂ ਟੈਂਪਲ ਤੋਂ ਭਾਵ ਨਹੀਂ, ਧਰਮ ਦੇ ਵਿੱਚ ਮੰਦਰ ਉਸ ਨੂੰ ਕਹਿੰਦੇ ਜਿਹੜਾ ਬਹੁਤ ਸੁੰਦਰ ਘਰ ਹੋਵੇ ਉਹਨੂੰ ਮੰਦਰ ਕਹਿੰਦੇ। ਪਰ ਇੱਕ ਭਸ ਸੁਆਹ ਹੈ, ਅਖੀਰ ਨੂੰ ਮਿੱਟੀ ਦੀ ਢੇਰੀ ਹੋ ਜਾਂਦੀ। ਬੜਾ ਵਧੀਆ ਘਰ ਬਣਾਇਆ, ਬੜੀਆਂ ਡੂੰਘੀਆਂ ਨੀਹਾਂ ਪੁੱਟੀਆਂ। ਪੁਰਾਣੇ ਜ਼ਮਾਨੇ 'ਚ ਨਾ ਨੀਹਾਂ ਡੂੰਘੀਆਂ ਪੁੱਟਦੇ ਹੁੰਦੇ ਸੀ। ਅਸੀਂ ਫਿਰ ਸਕੂਲ 'ਚ ਇੱਕ ਕਮਰਾ ਬਣਾਉਣਾ ਸੀ। DC ਕਹਿੰਦਾ ਵੀ ਮੈਚਿੰਗ ਗ੍ਰਾਂਟ ਦਿਆ, ਜਿਹਨੇ ਤੁਸੀਂ ਪੈਸੇ ਇਕੱਠੋਗੇ ਕਰੋਗੇ ਉਹਨੇ ਅਸੀਂ ਦੇਵਾਂ, ਸਰਕਾਰ ਦੇਗੀ। ਅਸੀਂ ਪਿੰਡਾਂ 'ਚ ਉਸ ਜ਼ਮਾਨੇ 'ਚ ਗ੍ਰਾਹੀ ਕਰਕੇ 1.25 ਲੱਖ ਇਕੱਠਾ ਕਰ ਲਿਆ। 1.25 ਲੱਖ ਸਰਕਾਰ ਨੇ ਦਿੱਤਾ। ਅਸੀਂ ਕਿਹਾ ਇਸ 'ਤੇ 2 ਕਮਰੇ ਬਣਾ ਲਾਂਗੇ। ਸਰਕਾਰ ਦਾ ਆਰਡਰ ਆ ਗਿਆ ਕਿ ਨਹੀਂ, PWD ਵਾਲੇ ਬਣਾਉਣਗੇ। ਮੈਂ ਪ੍ਰਿੰਸੀਪਲ ਨੂੰ ਕਿਹਾ ਜੀ ਹੁਣ ਇੱਕੋ ਹੀ ਬਣੂਗਾ। ਅੱਗੋਂ ਜਾਣਦੇ ਸਨ, ਕਹਿੰਦੇ ਸਰ ਜੀ ਇਹ 2.5 ਲੱਖ ਦੇ ਵਿੱਚੋਂ ਨਾ ਅਸੀਂ 75,000 ਖਾਣਾ ਸੀ, ਪਰ ਚਲੋ ਸਕੂਲ ਦਾ ਕੰਮ ਹੈ, 50,000 ਖਾ ਲੈਂਦੇ। ਉਹ ਜਿਹੜਾ ਐਕਸੀਨ ਸੀ ਕਿ ਮੈਂ ਬਿਲਡਿੰਗ ਫੰਡ ਦਾ ਇੰਚਾਰਜ ਸੀ, ਮੈਨੂੰ ਸੱਦਿਆ। ਕਹਿੰਦੇ ਜੀ ਉਹ ਪਹਿਲਾਂ ਡੂੰਘੀਆਂ ਨੀਹਾਂ ਦਾ ਰਿਵਾਜ਼ ਸੀ, ਉਹ ਖਤਮ ਹੋ ਗਿਆ। ਹੁਣ ਚੌੜੀਆਂ ਨੀਹਾਂ ਦਾ ਰਿਵਾਜ਼ ਹੈ। ਜਿੰਨੀਆਂ ਨੀਹਾਂ ਚੌੜੀਆਂ ਹੋਣਗੀਆਂ ਨਾ, ਉਹ ਜਦੋਂ ਭੁਚਾਲ ਆਉਂਦਾ ਬਿਲਡਿੰਗ ਘੱਟ ਡਿੱਗਦੀ ਹੈ। ਇਸ ਲਈ ਪਹਿਲਾਂ 6 ਇੱਟਾਂ ਦਾ ਪਹਿਲਾ ਵਾਰ ਹੋਏਗਾ, ਦੂਜਾ 5 ਇੱਟਾਂ ਦਾ, ਤੀਜਾ 4 ਦਾ, ਚੌਥਾ 3 ਦਾ, ਪੰਜਵਾਂ 2 ਦਾ, ਅਤੇ ਜਿਹੜਾ ਉੱਪਰਲਾ 6 ਵਾਰ ਉਹ 1.5 ਇੱਟ ਦਾ ਹੋਵੇਗਾ, 1.5 ਦੀ ਉਸਾਰੀ ਹੋਵੇਗੀ। ਠੇਕੇਦਾਰ ਨੂੰ ਕਹਿੰਦਾ ਵੀ ਸਰ ਜੀ ਨੇ ਉਹਨਾਂ ਚਿਰ ਨੀਹਾਂ ਦੇ ਦੁਆਲੇ ਮਿੱਟੀ ਨਹੀਂ ਪਾਣੀ ਜਿੰਨਾ ਚਿਰ ਇਹ ਨਹੀਂ ਆ ਕੇ ਚੈੱਕ ਕਰ, ਕਹਿੰਦੇ ਤੁਸੀਂ ਦੇਖ ਲੈਣੇ ਫਿਰ ਮਿੱਟੀ ਪਾਣ ਦੇਣੀ। ਤਾਂ ਮੈਂ ਦੇਖਿਆ ਵੀ ਹੇਠੋਂ 6 ਇੱਟਾਂ, 5, 4, 3, 2, ਫਿਰ 1.5 ਇੱਟ। ਉਹ ਕਹਿੰਦਾ ਜੀ ਜਦੋਂ ਭੁਚਾਲ ਨਾ ਬਿਲਡਿੰਗ ਹਿਲਦੀ ਹੈ, ਜਿੰਨੀ ਚੌੜੀ ਨੀਂਹ ਹੋਵੇਗੀ ਉਹਨਾਂ ਬਿਲਡਿੰਗ ਦਾ ਘੱਟ ਨੁਕਸਾਨ ਹੋਏਗਾ। ਮੈਨੂੰ ਜੱਜ ਕੀ ਗੱਲ ਤੋਂ ਦੀ ਵੈਸੇ ਹਾਂ ਮੈਂ ਟੈਕਨੀਕਲ ਤਾਂ ਠੀਕ ਲੱਗਦੀ ਹੈ। ਸੋ ਕਹੇ ਜਿਹਨੇ ਮਰਜ਼ੀ ਵਧੀਆ ਘਰ ਉਸਾਰ ਲਓ, ਜਿਹਨੇ ਮਰਜ਼ੀ ਡੂੰਘੀਆਂ ਨੀਹਾਂ ਪੜ ਕੇ ਕੰਧਾਂ ਉਸਾਰ ਲਓ,
ਅਖੀਰ ਨੂੰ ਤਾਂ ਭਸ ਕੀ ਢੇਰੀ, ਇਹ ਤਾਂ ਮਿੱਟੀ ਦੀ ਢੇਰੀ ਬਣ ਜਾਣੀ, ਸਦਾ ਨਹੀਂ ਰਹਿਣੇ ਪਾ। ਸੰਚੇ ਸੰਚ ਨ ਦੇਈ ਕਿਸੇ, ਸੰਚ ਦਾ ਇਕੱਠਾ ਕਰਨਾ। ਇਹ ਮਨੁੱਖ ਮਾਇਆ ਇਕੱਠੀ ਕਰਦਾ ਰਹਿੰਦਾ, ਨਾ ਦੇਈ ਕਿਸੇ ਨੂੰ ਦਵਾਨੇ ਵਿੱਚ ਦਿੰਦਾ ਨਹੀਂ ਹੈਗਾ। ਜਿਵੇਂ ਜਵਾਕਾਂ ਨੂੰ ਮੈਂ ਦੇਖਿਆ, ਛੋਟੇ ਬੱਚੇ ਨੂੰ ਤੁਸੀਂ 12 ਕੇਲੇ ਲਿਆ ਕੇ ਦੇ ਦਿਓ, ਫਿਰ ਉਹਨੂੰ ਕੋਈ ਇੱਕ ਕੇਲਾ ਦੇ ਦੇ ਨਾ, ਉਹ ਐ ਜੱਫਾ ਪਾਊਗਾ ਉਸਨੂੰ, ਦਿੰਦਾ ਨਹੀਂ। ਮੈਂ ਹਾਲਾਂਕਿ ਦੇਖੋ ਇਹਨੇ 12 ਖਾਣੇ ਨਹੀਂ ਹੈਗੇ, ਪਰ ਦੇਖੋ ਤਮਾਸ਼ਾ ਦੇਖੋ ਇਹਦਾ। ਉਹ ਤਾਂ ਇੱਕ ਵੀ ਮੰਗ ਕੇ ਦੇਖੋ ਨਾ, ਉਹਨੂੰ ਇਹ ਕਿਤੇ ਖੋ ਨਾ ਲੈਣ, ਹੁਣ ਜੱਫਾ ਪਾਊਗਾ ਕੇਲੇ ਨੂੰ। ਸੋ ਐ ਮਨੁੱਖ ਜਿਹੜਾ ਹੈ ਇਕੱਠਾ ਕਰਦਾ ਰਹਿੰਦਾ ਧਨ, ਅਤੇ ਕਿਸੇ ਨੂੰ ਦਿੰਦਾ ਨਹੀਂ। ਕਿਉਂ ਨਹੀਂ ਦਿੰਦਾ? ਅੰਧ ਜਾਣੇ ਸਭ ਮੇਰੀ। ਇਹ ਅਗਿਆਨੀ ਬੰਦਾ ਸਮਝਦਾ ਸਾਰੀ ਮਾਇਆ ਮੇਰੀ ਹੈ, ਪਰ ਜੋ ਸਰੀਰ ਤਿਆਗਦਾ ਫਿਰ ਕਿਸੇ ਦੀ ਹੋ ਜਾਂਦੀ, ਫਿਰ ਨਾਲ ਤਾਂ ਲਿਜਾ ਨਹੀਂ ਸਕਦਾ। ਸਿਆਣੇ ਇਸ ਲਈ ਕਹਿੰਦੇ ਨੇ ਵੀ ਜੇ ਤਾਂ ਤੁਹਾਡੀ ਔਲਾਦ ਚੰਗੀ ਹੈ ਤਾਂ ਵੀ ਤੁਹਾਨੂੰ ਧਨ ਇਕੱਠਾ ਕਰਨ ਦੀ ਲੋੜ ਨਹੀਂ, ਆਪੇ ਕਮਾ ਕੇ ਖਾ ਲੈਣਾ। ਦੇਖੋ ਜਿੰਨੇ ਆਪਾਂ ਬੈਠੇ ਹਾਂ, ਅਸੀਂ ਚੰਗੀ ਔਲਾਦ ਦੇ ਵਿੱਚੋਂ ਅਸੀਂ ਆਪਣਾ ਕਮਾ ਕੇ ਆਪਣੀ ਕੋਠੀਆਂ ਪਾ ਲਈਆਂ ਨਾ, ਤਕਰੀਬਨ ਆਪਣੇ 'ਚੋਂ ਕੋਈ ਬੱਚਿਆਂ ਨੂੰ ਛੱਡ ਕੇ ਬਾਕੀ ਕੋਈ ਬਾਪ ਦੇ ਘਰ 'ਚ ਨਹੀਂ ਰਹਿੰਦੇ, ਆਪਣੇ ਘਰ ਪਾਏ ਨੇ। ਕਹਿ ਜੇ ਤੁਹਾਡੀ ਔਲਾਦ ਚੰਗੀ ਤਾਂ ਵੀ ਪੈਸੇ ਇਕੱਠੇ ਕਰਨ ਦੀ ਲੋੜ ਨਹੀਂ, ਉਹ ਆਪੇ ਕਮਾ ਕੇ ਖਾ ਲੈਣਗੇ। ਜੇ ਔਲਾਦ ਭੈੜੀ ਹੈ ਤਾਂ ਵੀ ਪੈਸੇ ਇਕੱਠੇ ਕਰਨ ਦੀ ਲੋੜ ਨਹੀਂ, ਉਹ ਉਜਾੜ ਦੇਣਗੇ ਵੀ ਚੰਗਾ ਬਾਪੂ ਮਰਿਆ ਮਗਰੋਂ ਲੱਥ, ਉਹ ਐਸ਼ ਕਰੋ, ਖਾਓ ਪੀਓ, ਮੌਜਾਂ ਕਰੋ। ਸੋ ਇਸ ਲਈ ਸਮਝਾਉਂਦੇ ਨੇ ਕਿ ਮਨੁੱਖ ਜਿਹੜਾ ਅਗਿਆਨੀ ਹੈ, ਮਾਇਆ ਇਕੱਠੀ ਕਰਦਾ ਰਹਿੰਦਾ ਅਤੇ ਸਮਝਦਾ ਇਹ ਸਾਰੀ ਮੇਰੀ ਹੀ ਹੈ, ਕਿਸੇ ਵਿੱਚ ਦਵਾਨੀ ਨਹੀਂ ਦਿੰਦਾ। ਸੋਇਨ ਲੰਕਾ ਸੋਇਨ ਮਾੜੀ, ਮਾੜੀ ਜਿਹੜਾ ਬਹੁਤ ਵੱਡੇ ਘਰਾਂ ਨੂੰ ਕਿਤੇ ਉੱਚੇ ਜਿਹੜੇ ਹੁੰਦੇ ਨੇ। ਸੰਪੈ ਕਿਸੇ ਨਾ ਕਿਸੇ, ਸੰਪੈ ਹੁੰਦੇ ਜਾਇਦਾਦ, ਪ੍ਰਾਪਰਟੀ, ਸੰਪਤੀ। ਸੋਨੇ ਦੀ ਲੰਕਾ, ਸੋਨੇ ਦੀਆਂ ਮਹਿਲ ਮਾੜੀਆਂ ਅਤੇ ਜਾਇਦਾਦਾਂ ਇਹ ਕਿਸੇ ਦੀਆਂ ਨਹੀਂ ਰਹੀਆਂ। ਅਗਲੇ ਰਾਵਣ ਵਰਗੇ ਇੱਥੇ ਛੱਡ ਕੇ ਸਭ ਮਰ ਗਏ, ਸਭ ਕੁਛ ਇੱਥੇ ਹੀ ਰਹਿ ਜਾਣਾ। ਇਹਨਾਂ 'ਚ ਕੋਈ ਚੀਜ਼ ਕਿਸੇ ਦੇ ਨਾਲ ਨਹੀਂ ਲਿਜਾਣੀ। ਸਮਝਾਇਆ ਬਈ ਜਦੋਂ ਇੱਥੇ ਹੀ ਛੱਡ ਜਾਣਾ ਤਾਂ ਫਿਰ ਇਹਨਾਂ ਚੀਜ਼ਾਂ ਲਈ ਠੱਗੀਆਂ ਠੋਰੀਆਂ ਕਰਨ ਦੀ ਕੀ ਲੋੜ ਹੈ? ਇਹਨਾਂ ਚੀਜ਼ਾਂ ਦੀ ਪ੍ਰਾਪਤੀ ਲਈ ਚੋਰੀਆਂ ਕਰਨਾ, ਡਾਕੇ ਮਾਰਨਾ, ਮਿਲਾਵਟਾਂ ਕਰਨਾ, ਧੋਖਾਧੜੀ ਕਰਨਾ, ਕਿਤੇ ਪੈਸੇ ਦੱਬ ਲੈ ਗਏ, ਮੁੱਕਰ ਗਏ, ਕੁਛ ਹੋ ਗਿਆ। ਹੁਣ ਆ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ ਜੀ, ਉਹ ਬਾਬਾ ਸਾਡੇ ਪੈਸੇ ਨਹੀਂ ਮੋੜਦੇ ਜੀ। ਮੈਂ ਪੈਸੇ ਦੇਣ ਤੋਂ ਪਹਿਲਾਂ ਬਾਬੇ ਕੋਲ ਆਉਣਾ ਸੀ, ਉਦੋਂ ਤਾਂ ਮਰਜ਼ੀ ਤੁਸੀਂ ਆਪਣੀ ਕੀਤੀ, ਹੁਣ ਫਸ ਗਏ, ਹੁਣ ਬਾਬਾ ਤੁਹਾਨੂੰ ਯਾਦ ਆ ਗਿਆ। ਮੈਂ ਜੇ ਹੁਣ ਨਹੀਂ ਮੋੜਦਾ, ਹੁਣ ਮੈਂ ਯਾਦ ਆ ਗਿਆ ਤੁਹਾਨੂੰ। ਤੁਸੀਂ ਪਹਿਲਾਂ ਪੁੱਛਣਾ ਸੀ ਬਾਬਾ ਜੀ ਫਲਾਣਾ ਸਾਡੇ ਤੋਂ ਇੰਨੇ ਪੈਸੇ ਮੰਗਦਾ, ਅਸੀਂ ਉਹਨੂੰ ਉਧਾਰ ਦੇ ਦਈਏ। ਜੇ ਇੱਥੇ ਯੈਸ ਆ ਜਾਂਦੀ ਫਿਰ ਦੇ ਦਿੰਦੇ, ਉਹਨੂੰ ਫਿਰ ਮੋੜ ਦੀ ਕੋਈ ਗੁਰੂ ਬਾਣ ਨੇ ਹੁਕਮ ਕਰਦੇ, ਫਿਰ ਉਹਨੂੰ ਮੋੜ ਦੇਣਾ। ਫਿਰ ਉਹਨੂੰ ਪਾਠ ਦੇਣੇ ਪੈਂਦੇ ਨੇ ਵੀ ਆਹ ਪਾਠ ਕਰੋ, ਉਹਦੇ ਇਹ ਬਾਣੀ ਨਾਲ ਉਸ ਬੰਦੇ ਦੇ ਵਿਚਾਰ ਬਦਲਣਗੇ, ਵਿਚਾਰ ਉਹ ਬਦਲਣਗੇ, ਫਿਰ ਜਿਹੜਾ ਉਹ ਤੁਹਾਨੂੰ ਪੈਸੇ ਮੋੜੇਗਾ। ਕਿ ਬਾਣੀ ਨੇ ਵਿਚਾਰ ਬਦਲ ਦੇਣੇ। ਬਾਣੀ ਗੁਰੂ ਹੈ, ਗੁਰੂ ਮਹਾਰਾਜ ਕੁਛ ਵੀ ਕਰ ਸਕਦੇ, ਕਿਤੇ ਘੁੰਡੇ ਮਰੋੜ ਸਕਦੇ ਨੇ, ਕਿੰਨੇ ਮੇਰੇ ਕੋਲ ਆਉਂਦੇ ਰਹਿੰਦੇ ਨੇ। ਸੋ ਇਸ ਲਈ ਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਇਹ ਕਿਸੇ ਦੇ ਨਾਲ ਨਹੀਂ ਜਾਣਾ, ਨਾ ਸੋਨੇ ਦੀ ਲੰਕਾ ਕਿਸੇ ਨਾਲ ਗਈ, ਨਾ ਸੋਨੇ ਦੇ ਮਹਿਲ ਮਾੜੀਆਂ ਗਈਆਂ, ਨਾ ਜਾਇਦਾਦ ਕਿਸੇ ਦੇ ਨਾਲ ਜਾਣੀ। ਸੁਣ ਮੂਰਖ ਮਨ ਅਜਾਣਾ, ਇਹਨੂੰ ਮਨ ਨਹੀਂ ਬੋਲਣਾ, ਮਨ। ਸੁਣ ਮੂਰਖ ਮਨ ਅਜਾਣਾ, ਹੋਗ ਤਿਸੈ ਕਾ ਭਾਣਾ। ਹੇ ਮੂਰਖ ਮਨ, ਹੇ ਅਗਿਆਨੀ ਮਨ, ਸੁਣ। ਹੋਗ ਤਿਸੈ ਕਾ, ਹੋਣਾ ਤੇ ਉਹਦਾ ਹੀ ਭਾਣਾ। ਹੋਣਾ ਉਹੀ ਹੈ ਜੋ ਪਰਮਾਤਮਾ ਚਾਹੇਗਾ, ਤੇਰੇ ਸੋਚਿਆ ਕੁਝ ਨਹੀਂ ਹੋਣਾ, ਤੇਰੇ ਸੋਚਣ ਨਾਲ ਕੁਛ ਨਹੀਂ ਹੋਣਾ। ਹੋਣਾ ਉਹੀ ਹੈ ਜੋ ਉਸ ਨੂੰ ਮਨਜ਼ੂਰ ਹੈ। ਸੋ ਇਹੀ ਕਾਰਨ ਹੈ ਕਿ ਜਿਹੜਾ ਹੈ ਮਤਾ ਕਰੇ ਪੱਛਮ ਕੇ ਤਾਈਂ ਪੂਰਬ ਹੀ ਲੈ ਜਾਤ।
ਬੰਦਾ ਸੋਚਦਾ ਸਵੇਰੇ ਪੱਛਮ ਵਾਲੇ ਪਾਸੇ, ਇੱਧਰ ਪੱਛਮ ਵਾਲੇ ਪਾਸੇ ਨਾਭਾ, ਪੂਰਬ ਵਾਲੇ ਪਾਸੇ ਰਾਜਪੁਰਾ। ਸਲਾਹ ਕਰਦਾ ਵੀ ਕੱਲ੍ਹ ਨੂੰ ਨਾਭੇ ਜਾਣਾ, ਹਾਂ ਨਾਭੇ ਜਾਵਾਂਗੇ। ਪਰਮਾਤਮਾ ਐਸੀ ਵਿਧ ਬਣਾਉਂਦਾ, ਕੋਈ ਐਸਾ ਕਾਰਨ ਬਣਾਉਂਦਾ ਸਾਨੂੰ ਰਾਜਪੁਰ ਜਾਣਾ ਪੈ ਜਾਂਦਾ। ਛੋਟੇ ਹੁੰਦਿਆਂ ਜੇ ਸਲਾਹ ਕਰਨੇ ਭਰਾਵਾਂ ਨੇ, ਕੋਈ ਬਾਪੂ ਨੇ ਕਿਹਾ ਸੌਂ ਜਾਓ, ਰਾਤ ਦੀਆਂ ਸਲਾਹਾਂ ਨਹੀਂ ਚੱਲਿਆ ਕਰਦੀਆਂ। ਮੈਂ ਭਾਵੇਂ ਫਿਰ ਜੋ ਬਾਣੀ ਪੜ੍ਹੀ ਬਾਅਦ 'ਚ, ਮੈਂ ਭਾਵੇਂ ਇਹਨਾਂ ਨੂੰ ਨਹੀਂ, ਪਰ ਇਹਨਾਂ ਨੂੰ ਗਿਆਨ ਹੈ ਕਿ ਇਹ ਤੁਹਾਡੀ ਹੁਣ ਦੀ ਸਲਾਹਾਂ ਕਿਤੇ ਸਵੇਰ ਨੂੰ ਪਤਾ ਕਿਤੇ ਜਾਣੀਆਂ। ਸੋ ਕਹਿੰਦੇ ਹੋਣਾ ਉਹੀ ਹੈ ਜੋ ਪਰਮਾਤਮਾ ਨੇ ਕਰਨਾ। ਰਹਾਓ शाह हमारा ठाकुर भारा, हम तिसके वणजारे, जियो पिंड सब रास तिसै की, मार आपे जी वाले। भारा वो बहुत वड्डा, ਜਿਹੜਾ ਸਾਡਾ ਸ਼ਾਹ ਹੈ ਨਾ, ਇਹ ਤੇ ਬਹੁਤ ਵੱਡਾ ਠਾਕੁਰ ਹੈ, ਬਹੁਤ ਵੱਡਾ ਮਾਲਕ ਹੈ। ਹਮ ਤਿਸਕੇ ਵਣਜਾਰੇ, ਅਸੀਂ ਤੇ ਉਹਦੇ ਵਣਜਾਰੇ ਹਾਂ। ਅਸੀਂ ਤਾਂ ਉਸ ਤੋਂ ਨਾਮ ਦਾ ਸੌਦਾ ਲੈਣ ਆਏ ਹਾਂ। ਅਸੀਂ ਪਰਮਾਤਮਾ ਸੰਸਾਰਕ ਸੌਦੇ ਨਹੀਂ ਲੈਣ ਆਏ, ਨਾਮ ਦਾ ਸੌਦਾ ਲੈਣ ਆਏ। ਜਿਵੇਂ ਕਹਿੰਦੇ ਨੇ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਇਹ ਨਾਮ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਹਨ। ਅਸੀਂ ਅਜੇ ਸਿਆਣੇ ਮੰਗਤੇ ਨਹੀਂ ਬਣੇ, ਉਮਰ 'ਚ ਬੜੇ ਸਿਆਣੇ ਹੋ ਗਏ, 78 ਸਾਲ ਉਮਰ ਹੋ ਗਈ, ਪਰ ਅਜੇ ਵੀ ਅਸੀਂ ਸਿਆਣੇ ਮੰਗਤੇ ਨਹੀਂ ਬਣੇ। ਜਿਵੇਂ ਛੋਟੇ ਬੱਚੇ ਗੁੱਡੀਆਂ ਪਟੋਲਿਆਂ ਨਾਲ ਹੀ ਖੁਸ਼ ਹੋ ਜਾਂਦੇ ਨੇ, ਖਿਡੌਣੇ ਵਾਲੀ ਕਾਰਾਂ ਨਾਲ ਇਹਨਾਂ ਨਾਲ ਹੀ ਖੁਸ਼ ਹੋ ਜਾਂਦੇ ਨੇ। ਪਰ ਜਦੋਂ ਉਹ ਵੱਡਾ ਹੁੰਦਾ ਫਿਰ ਉਹਨੂੰ ਲੈ ਇਹ ਤਾਂ ਖਿਡੌਣਾ, ਅਸਲੀ ਕਾਰ ਤਾਂ ਆਹ ਹੈ। ਇਸ ਲਈ ਗੁਰੂ ਮਹਾਰਾਜ ਨੂੰ ਪਤਾ ਕਿ ਮੇਰੇ ਸਿੱਖ ਅਜੇ ਵੀ ਅਗਿਆਨੀ ਹਨ, ਇਹਨਾਂ ਦੇ ਵਿਚਾਰ ਅਜੇ ਵੀ ਬੱਚਿਆਂ ਵਾਲੇ ਹਨ। ਜਿਵੇਂ ਬੱਚੇ ਛੋਟੀ ਛੋਟੀ ਚੀਜ਼ਾਂ ਮੰਗ ਕੇ ਖੁਸ਼ ਹੋ ਜਾਂਦੇ ਹਨ, ਨਹੀਂ ਕਹੇ ਤੁਸੀਂ ਨਾਮ ਮੰਗੋ, ਇਸੇ ਵਿੱਚ ਹੀ ਸਭ ਕੁਛ ਹੈ। ਇੱਕ ਇੱਕ ਦੋ ਚੀਜ਼ਾਂ ਮੰਗਦਿਆਂ ਤੁਹਾਡੀ ਸਾਰੀ ਉਮਰ ਲੰਘ ਜਾਣੀ ਹੈ, ਫਿਰ ਵੀ ਤੁਹਾਡੀ ਗੱਲ ਨਹੀਂ ਬਣਨੀ। ਤੁਸੀਂ ਮੰਗੋ ਹੀ ਨਾਮ। ਜਿਵੇਂ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ, ਇਸ ਤਰ੍ਹਾਂ ਨਾਮ ਦੇ ਵਿੱਚ ਸਭ ਕੁਛ ਹੀ ਹੈ। ਹਰ ਪ੍ਰਕਾਰ ਦੀ ਮੰਗ ਦੀ ਪੂਰਤੀ ਇਸ ਨਾਮ ਦੇ ਵਿੱਚ ਹੈ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਕੁਛ ਮੰਗਣ ਦੀ ਲੋੜ ਨਹੀਂ, ਬਿਨ ਬੋਲਿਆ ਸਭ ਕੁਝ ਜਾਣਦਾ, ਉਹ ਆਪੇ ਜਾਣਦਾ ਸਭ। ਉਹਨੇ ਸਾਡੀਆਂ ਲੋੜਾਂ ਲਈ ਸਾਨੂੰ ਦੇਈਓ ਹੀ ਜਾਣਾ। ਸੋ ਇਸੇ ਬਜਾਏ ਫਜ਼ੂਲ ਦੇ ਚਿੰਤਾ ਕਰਨ ਦੇ, ਸੋਚੀ ਜਾਣਦੇ, ਨਾਮ ਜਪੀ ਜਾਓ, ਸਮਾਂ ਪਾ ਕੇ ਸਭ ਕੁਝ ਠੀਕ ਹੋ ਜਾਏਗਾ। ਕਿਉਂਕਿ ਪਰਮਾਤਮਾ ਨੂੰ ਪਤਾ ਸਾਡੇ ਲਈ ਕੀ ਠੀਕ ਹੈ, ਸਾਨੂੰ ਨਹੀਂ ਪਤਾ। ਅਸੀਂ ਜੋ ਮੰਗ ਰਹੇ ਹਾਂ ਸਾਨੂੰ ਨਹੀਂ ਪਤਾ ਕਿ ਜੋ ਅਸੀਂ ਮੰਗ ਰਹੇ ਹਾਂ ਬਾਅਦ 'ਚ ਸਾਡੇ ਲਈ ਲਾਭਦਾਇਕ ਹੋਏਗਾ ਕਿ ਨੁਕਸਾਨਦਾਇਕ ਹੋਏਗਾ। ਪਰ ਜਿਹੜਾ ਬੰਦਾ ਨਾਮ ਜਪਣ ਵਾਲਾ ਹੈ, ਪਰਮਾਤਮਾ ਉਹਨੂੰ ਉਹ ਚੀਜ਼ ਦਿੰਦਾ ਹੀ ਨਹੀਂ ਜਿਹੜੀ ਉਹਦੇ ਲਈ ਨੁਕਸਾਨਦਾਇਕ ਹੋਵੇ, ਉਹ ਨਹੀਂ ਦਿੰਦਾ। ਬਈ ਜੇ ਮੈਂ ਇਹਦੀ ਮੰਗ ਪੂਰੀ ਕਰਤੀ ਤਾਂ ਭਜਨ ਬੰਦਗੀ ਇਹਦੀ ਰੁਕ ਜਾਏਗੀ। ਮੈਂ ਇਹਨੂੰ ਭਜਨ ਬੰਦਗੀ ਪਾਸੇ ਨੇ ਲਾਇਆ ਅਤੇ ਇਹਦੇ ਭਜਨ ਬੰਦਗੀ 'ਚ ਰੁਕਾਵਟ ਆ ਜਾਏਗੀ। ਉਹ ਨਹੀਂ ਦਿੰਦਾ। ਕਈ ਵਾਰੀ ਆਪਾਂ ਨਹੀਂ ਪਤਾ, ਆਪਾਂ 2-4 ਵਾਰੀ ਮੰਗਿਆ, ਜ਼ਿੱਦ ਨਹੀਂ ਕਰੀਦੀ ਹੁੰਦੀ। ਠੀਕ ਹੈ, ਆਪਾਂ ਸੰਸਾਰੀ ਬੰਦੇ ਹਾਂ, ਸਾਨੂੰ ਕੋਈ ਚੀਜ਼ਾਂ ਦੀ ਲੋੜ ਹੁੰਦੀ ਹੈ, ਪਰ ਰਿੜ ਨਹੀਂ ਕਰੀ ਜਾਣੀ। ਜਿਵੇਂ ਛੋਟੇ ਜਵਾਕ ਕਰਦੇ ਨੇ, ਆਹ ਲੈਣੀ ਹੈ, ਨਹੀਂ ਚੀਜ਼ ਦਿੰਦੇ, ਉਹਨੂੰ ਫਰਸ਼ 'ਤੇ ਲੇਟ ਜਾਂਦਾ ਹੈਗਾ, ਕਰੀ ਜਾਂਦਾ, ਮਾਂ ਨੂੰ ਫਿਰ ਤਰਸ ਆ ਜਾਂਦਾ। ਹਾਲਾਂਕਿ ਕੁਛ ਨਹੀਂ, ਇਹ ਸਾਈਕੋਲੋਜੀਕਲੀ ਹੈ। ਜੇ ਅਸੀਂ ਸਾਈਕੋਲੋਜੀ ਪੜ੍ਹਦੇ ਸੀ ਨਾ, ਕਹਿੰਦੇ ਬੱਚਾ ਆਪਣੀ ਗੱਲ ਮਨਵਾਉਣ ਲਈ ਫਿਰ ਜਿਹੜਾ ਹੈ ਫਰਸ਼ 'ਤੇ ਲੇਟਣਾ ਸ਼ੁਰੂ ਕਰ ਦਿੰਦਾ, ਵੀ ਮੇਰੀ ਗੱਲ ਮੰਨੋ, ਮੇਰੀ ਗੱਲ। ਕਹਿੰਦੇ ਜੇ ਉਹਦੀ ਗੱਲ ਜਾਇਜ਼ ਨਹੀਂ ਮੰਨਣੀ, ਆਪੇ ਰੂ ਕਰਕੇ ਹਟ ਜਾਏਗਾ। ਜੇ ਜਾਇਜ਼ ਹੈ ਫਿਰ ਉਹਨੂੰ ਲਟਵਾਉਣਾ ਨਹੀਂ ਹੈਗਾ, ਫਿਰ ਉਹਦੀ ਪਹਿਲੇ ਹੀ ਮੰਨ ਲਓ। ਕਈ ਵਾਰੀ ਇਹ ਹੁੰਦਾ ਕਿ ਉਹਦੀ ਮੰਗ ਜਾਇਜ਼ ਹੈ,
ਪਰ ਤੁਹਾਡੇ ਕੋਲ ਅਜੇ ਪੈਸੇ ਨਹੀਂ, ਤੁਸੀਂ ਉਸ ਨੂੰ ਆਰਾਮ ਨਾਲ ਸਮਝਾ ਸਕਦੇ ਹੋ, ਕਾਕਾ ਜੋ ਤੂੰ ਮੰਗ ਰਿਹਾ ਹੈ ਉਹ ਠੀਕ ਹੈ, ਅਸੀਂ ਇਸ ਗੱਲ ਨੂੰ ਮੰਨਦੇ ਹਾਂ, ਪਰ ਇਸ ਵੇਲੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ। ਤੇਰੇ ਨਾਲ ਅਸੀਂ ਵਾਅਦਾ ਕਰਦੇ ਵੀ ਜਿਉਂ ਹੀ ਸਾਡੇ ਕੋਲ ਹੋਏ ਅਸੀਂ ਤੈਨੂੰ ਚੀਜ਼ ਲੈ ਦਾਂਗੇ, ਅਤੇ ਜਦੋਂ ਹੀ ਹੋ ਜਾਣ ਫਿਰ ਉਸ ਨੂੰ ਲੈ ਦੇਣੇ। ਆ ਸਰਕਾਰਾਂ ਵਾਂਗੂ ਨਹੀਂ ਕਿ ਰੋਜ਼ ਹੜਤਾਲਾਂ ਕਰਾ ਕੇ ਮਗਰੋਂ ਫਿਰ ਦੇਣੇ। ਉਹ ਕਿਹਾ ਬੱਕਰੀ ਦੁੱਧ ਦਿੰਦੇ ਮੀਂਗਣਾ ਪਾ ਕੇ, ਇਹ ਬੱਕਰੀ ਧਾਰ ਚੋਣੀ ਬੜੀ ਔਖੀ ਹੈ, ਇਹ ਤੁਸੀਂ ਧਾਰ ਚੋਈ ਹੈ ਨਾਲ ਨਾਲ ਮੀਂਗਣਾ ਕਰੀ ਜਾਂਦੇ, ਕੋਈ ਨਾ ਕੋਈ ਮੀਂਗਣ ਉਹ ਬਾਲਟੀ ਡਿੱਗ ਪੈਂਦੀ ਭਾਂਡੇ। ਤਾਂ ਕਹਾਵਤ ਹੈ ਬੱਕਰੀ ਦੁੱਧ ਦਿੰਦੀ ਹੈ ਮੀਂਗਣਾ ਪਾ ਕੇ ਦਿੰਦੀ, ਸਰਕਾਰਾਂ ਵੀ ਦੁੱਧ ਦਿੰਦੀ ਮੀਂਗਣਾ ਪਾ ਕੇ ਦਿੰਦੀ। ਮੈਨੂੰ ਇਸ ਲਈ ਘਟੀਆ ਲੱਗਦੇ ਨੇ ਬਈ ਜਾਂ ਕਹਿ ਦਿਓ ਭਾਈ ਨਹੀਂ ਤੁਹਾਡੀ ਮੰਗ ਗਲਤ ਹੈ, ਰੋ ਲਓ ਪਿੱਟ ਲਓ ਜੋ ਮਰਜ਼ੀ ਹੈ ਕਰ ਲਓ, ਇਹ ਨਹੀਂ ਮਿਲੇਗੀ, ਗੱਲ ਖਤਮ ਹੋ ਗਈ। ਕਰਮਚਾਰੀ ਨੂੰ ਪਤਾ ਲੱਗ ਜਾਏ ਵੀ ਹਾਂ ਨਹੀਂ ਮਿਲਣਾ, ਫਿਰ ਕੀ ਫਾਇਦਾ ਰੋਜ਼ੇ ਮੁਜ਼ਾਹਰੇ ਕਰਨ। 10-12 ਵਾਰੀ ਮੁਜ਼ਾਹਰੇ ਕੀਤੇ, ਸਰਕਾਰ ਦੇ ਨੱਕ 'ਚ ਦਮ ਕੀਤਾ, ਫਿਰ ਸਰਕਾਰ ਨੇ ਦੇਤਾ, ਫਿਰ ਕਿਆ ਫਾਇਦਾ। ਬੇਸਵਾਦੀ ਜੀ ਹੁੰਦੀ ਹੈ। ਸਾਈਕੋਲੋਜੀ ਕਹਿੰਦੀ ਇਸ ਤਰ੍ਹਾਂ ਬੇਸਵਾਦੀ ਨਹੀਂ ਕਰਨੀ ਹੈ। ਬੱਚੇ ਦੀ ਮੰਗ ਜਾਇਜ਼ ਹੈ ਪੂਰੀ ਕਰ ਦਿਓ, ਨਜਾਇਜ਼ ਹੈ ਰੋਈ ਜਾਓ ਪਿੱਟੀ ਜਾਓ, ਨਹੀਂ ਮੰਨਣੀ ਆਪੇ ਠੀਕ ਹੋ ਜਾਏਗਾ। ਨਹੀਂ ਤਾਂ ਉਹਨੂੰ ਫਿਰ ਇਹ ਜ਼ਿੱਦ ਨਾਲ ਆਪਣੀ ਗੱਲ ਪਗਾਉਣ ਦੀ ਆਦਤ ਪੈ ਜਾਏਗੀ, ਉਹ ਤੁਹਾਡੇ ਲਈ ਬਾਅਦ 'ਚ ਨੁਕਸਾਨਦਾਇਕ ਹੋਏਗਾ। ਸੋ ਇਸ ਲਈ ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਸ਼ਾਹ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਵਣਜਾਰੇ। ਸਾਡਾ ਜਿਹੜਾ ਠਾਕੁਰ ਮਾਲਕ ਹੈ ਨਾ, ਇਹ ਬਹੁਤ ਵੱਡਾ ਸ਼ਾਹੂਕਾਰ ਹੈ, ਇਹ ਬਹੁਤ ਵੱਡਾ ਮਾਲਕ ਹੈ, ਅਸੀਂ ਇਸ ਦੇ ਵਣਜਾਰੇ ਹਾਂ, ਅਸੀਂ ਤਾਂ ਸੌਦਾ ਖਰੀਦਣਾ ਹੈ ਨਾਮ ਦਾ। ਜੀਓ ਪਿੰਡ ਸਭ ਰਾਸ ਤਿਸੈ ਕੀ, ਜੀਓ ਮੈਨੇ ਜਿੰਦ, ਪਿੰਡ ਮੈਨੇ ਸਰੀਰ, ਰਾਸ ਮੈਨੇ ਪੂੰਜੀ। ਇਹ ਮੇਰੀ ਜਿੰਦ, ਇਹ ਸਾਡਾ ਸਰੀਰ ਜੋ ਇਹ ਪੂੰਜੀ ਹੈ, ਇਹ ਸਭ ਪਰਮਾਤਮਾ ਦੀ। ਮਾਰ ਆਪੇ ਜੀਵਾ ਨੇ, ਮਾਰਨ ਵਾਲਾ ਵੀ ਉਹ ਅਤੇ ਜਿਉਂਦੇ ਰੱਖਣ ਵਾਲਾ ਵੀ ਉਹ। ਗੁਰਬਾਣੀ ਕਹਿੰਦੇ ਉਹਦੇ ਹੁਕਮ ਤੋਂ ਬਿਨਾਂ ਕੋਈ ਸਾਨੂੰ ਮਾਰ ਨਹੀਂ ਸਕਦਾ, ਉਹਦੇ ਹੁਕਮ ਤੋਂ ਬਿਨਾਂ ਸਾਨੂੰ ਕੋਈ ਜਿਉਂਦਾ ਹੀ ਨਹੀਂ ਰੱਖ ਸਕਦਾ। ਸਾਨੂੰ ਜਿੰਨਾ ਚਿਰ ਉਹਦਾ ਹੁਕਮ ਨਹੀਂ ਸਾਨੂੰ ਕੋਈ ਨਹੀਂ ਮਾਰ ਸਕਦਾ। ਇਸ ਲਈ ਫਜ਼ੂਲ ਹੈ ਡਰੀ ਜਾਣਾ ਵੀ ਮੈਨੂੰ ਫਲਾਣਾ ਨਾ ਮਾਰ ਜੇ। ਮੈਨੂੰ ਜਦੋਂ ਉਹਦਾ ਹੁਕਮ ਹੋਣੇ ਤੁਹਾਨੂੰ ਕੋਈ ਨਹੀਂ ਦੁਨੀਆ ਦੀ ਤਾਕਤ ਬਚਾ ਸਕਦੀ। ਆਹ 200 ਬਾਡੀਗਾਰਡ ਲਈ ਫਿਰਦੇ ਲੋਕ, ਜਦੋਂ ਇਹਨਾਂ ਦੀ ਮੌਤ ਹੋਣੀ ਕਿਸੇ ਬਾਡੀਗਾਰਡ ਨੇ ਇਹਨੂੰ ਮਾਰ ਦੇਣਾ, ਜਿਹਨੇ ਜਿਹੜੇ ਰੱਖੇਗੇ ਉਹ ਇਹਨੂੰ ਮਾਰ ਦੇਣਾ। ਅਤੇ ਜੇ ਨਹੀਂ ਮਰਨਾ ਤਾਂ ਫਿਰ ਜਿਹੜਾ ਹੈ ਫਿਰ ਨਹੀਂ ਮਰਨਾ। ਇੱਕ ਬੰਦੇ ਨੂੰ ਲੱਗੇ ਮਾਰਨ ਲੀਡਰਸ਼ਿਪ, ਉਹ ਅਚਾਨਕ ਉਹਨੂੰ ਨਾ ਗੋਲੀ ਚੱਲਣ ਤੋਂ ਪਹਿਲਾਂ ਚੱਕਰ ਆ ਗਿਆ, ਉਹ ਡਿੱਗ ਪਿਆ, ਉਹਨੇ ਉੱਧਰੋਂ ਗੋਲੀ ਚਲਾਦੀ ਨਿਸ਼ਾਨਾ ਬੰਨ ਕੇ ਜਿਹੜਾ ਉਹਦੇ ਮਗਰ ਖੜਾ ਸੀ ਉਹਦੇ ਗੋਲੀ ਵੱਜੀ, ਉਹ ਮਰ ਗਿਆ, ਉਹ ਬਚ ਗਿਆ। ਉਹ ਕਹਿੰਦੇ ਵੀ ਤੂੰ ਡਿੱਗਿਆ, ਕਹਿੰਦਾ ਮੈਨੂੰ ਤਾਂ ਚੱਕਰ ਆ ਗਿਆ ਸੀ, ਫਿਰ ਤਾਂ ਡਿੱਗ ਪਿਆ। ਇੰਨੇ ਚਿਰ ਨੂੰ ਗੋਲੀ ਗਈ ਚੱਲ ਉਹਨੂੰ ਮਾਰਨ ਲਈ, ਮਾਰਨ ਉਹਨੂੰ ਸੀ, ਉਹਨੂੰ ਚੱਕਰ ਆ ਗਿਆ, ਉਹ ਡਿੱਗ ਪਿਆ, ਨਿਸ਼ਾਨਾ ਦੂਜੇ ਜਾ ਵਜਿਆ, ਉਹ ਬਚ ਗਿਆ, ਦੂਜਾ ਮਰ ਗਿਆ। ਇਸ ਲਈ ਮਾਰਨ ਵਾਲਾ ਵੀ ਉਹੀ ਅਤੇ ਰੱਖਣ ਵਾਲਾ ਵੀ ਉਹੀ। ਗੌੜੀ ਚੇਤੀ ਮਹਿਲਾ ਪਹਿਲਾ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਕਰ ਬਾਰ ਮਨਾ। ਮਾਰੇ ਲੂਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਅਵਰ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਤੇ ਪੰਜ ਨੇ, ਹਮ ਏਕ ਜਨ, ਮੈਂ ਤਾਂ ਇਕੱਲਾ ਹੀ ਹਾਂ। ਕਿਉਂ ਰਾਖੋ ਘਰ ਬਾਰ ਮਨਾ, ਮੈਂ ਆਪਣੇ ਘਰ ਬਾਰ ਨੂੰ ਇਹਨਾਂ ਤੋਂ ਕਿਵੇਂ ਬਚਾਵਾਂ, ਇਹ ਤਾਂ ਪੰਜ ਨੇ। ਇਹ ਚੋਰ ਅਤੇ ਸੋਟਾ ਦੋ ਜਣੇ, ਮੈਂ ਅਤੇ ਚਾਚਾ ਇਕੱਲੇ। ਉਹ ਗੱਲ ਹੈ, ਚੋਰ ਅਤੇ ਸੋਟਾ ਦੋ ਜਣੇ, ਮੈਂ ਅਤੇ ਚਾਚਾ ਇਕੱਲੇ ਵਾਲੀ ਗੱਲ ਹੁੰਦੀ। ਕਹਿੰਦੇ ਪੰਜ ਨੇ ਅਤੇ ਮੈਂ ਤਾਂ ਇਕੱਲਾ, ਮੈਂ ਇਹਨਾਂ ਤੋਂ ਕਿਵੇਂ ਬਚਾਂ। ਮਾਰੇ ਲੂਟੇ ਨੀਤ ਨੀਤ, ਨੀਤ ਨੀਤ ਮੈਂ ਹਮੇਸ਼ਾ ਇਹ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੈਨੂੰ ਮਾਰਦੇ ਲੈਂਦੇ ਨੇ, ਮੈਨੂੰ ਲੁੱਟਦੇ ਰਹਿੰਦੇ ਨੇ। ਇਹ ਕੀ ਲੁੱਟਦੇ ਨੇ ਸਾਡਾ? ਇਹ ਸਾਡਾ ਧਨ ਦੌਲਤ ਨਹੀਂ ਲੁੱਟਦੇ, ਸਾਡੇ ਤਾਂ ਜਿਹੜੇ ਗੁਣ ਨੇ,
ਹਰ ਇੱਕ ਇਨਸਾਨ ਜਦੋਂ ਪੈਦਾ ਹੋਇਆ ਗੁਣ ਅਤੇ ਔਗਣ ਲੈ ਕੇ ਪੈਦਾ ਹੋਇਆ। ਕਿਸੇ 'ਚ ਗੁਣ ਵੱਧ ਔਗਣ ਘੱਟ, ਕਿਸੇ 'ਚ ਔਗਣ ਵੱਧ ਗੁਣ ਘੱਟ। ਸਾਡੇ ਪਿਛਲੇ ਕਰਮਾਂ ਕਾਰਨ ਹੈ। ਜੇ ਅਸੀਂ ਮਾੜੇ ਕੰਮ ਕੀਤੇ ਨੇ ਤਾਂ ਔਗਣ ਜ਼ਿਆਦਾ ਹੋਣਗੇ, ਗੁਣ ਘੱਟ ਹੋਣਗੇ। ਜੇ ਪਿਛਲੇ ਜਿਹੜੇ ਚੰਗੇ ਕੰਮ ਕਰਦੇ ਨੇ ਤਾਂ ਗੁਣ ਜ਼ਿਆਦਾ ਹੋਣਗੇ, ਔਗਣ ਘੱਟ ਹੋਣਗੇ। ਹੁੰਦੇ ਦੋਨੋਂ ਚੀਜ਼ਾਂ ਨੇ। ਬ੍ਰਹਮ ਗਿਆਨੀ ਤੋਂ ਬਿਨਾਂ ਬਾਕੀ ਸਾਰੇ ਦੋ ਚੀਜ਼ਾਂ ਹੁੰਦੀਆਂ। ਜਿੰਨਾ ਚਿਰ ਅਸੀਂ ਬ੍ਰਹਮ ਗਿਆਨੀ ਨਹੀਂ ਹੋ ਜਾਂਦੇ ਉਹਨਾਂ ਚਿਰ ਸਾਡੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਜਿਵੇਂ ਹਿਮਾਲਾ ਪਰਬਤ 'ਤੇ ਚੜ੍ਹ ਰਹੇ ਨੇ, ਜਿੰਨਾ ਚਿਰ ਚੋਟੀ 'ਤੇ ਪਹੁੰਚ ਨਹੀਂ ਜਾਂਦੇ ਉਹਨਾਂ ਚਿਰ ਡਿੱਗਣ ਦਾ ਖਤਰਾ ਬਣਿਆ ਹੀ ਰਹਿੰਦਾ ਵੀ ਕਿਸੇ ਵੇਲੇ ਕਿਤੇ ਵੀ ਡਿੱਗ ਸਕਦਾ। ਬ੍ਰਹਮ ਗਿਆਨੀ ਬਣਨ ਤੋਂ ਬਾਅਦ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸਾਡੇ 'ਤੇ ਕੋਈ ਵਸ ਨਹੀਂ ਚੱਲਦਾ। ਨਹੀਂ ਤਾਂ ਉਹਨਾਂ ਚਿਰ ਇਹ ਸਾਡੇ 'ਤੇ ਹਾਵੀ ਹੋ ਸਕਦੇ ਨੇ, ਸਾਡੇ 'ਤੇ ਕੋਈ ਗਲਤੀ ਕਰਵਾ ਸਕਦੇ ਹਨ। ਸੋ ਇਸ ਲਈ ਕਹਿੰਦੇ ਮਾਰੈ ਲੁੱਟੈ ਨੀਤ, ਇਹ ਹਮੇਸ਼ਾ ਮੈਨੂੰ ਮਾਰਦੇ ਰਹਿੰਦੇ ਨੇ। ਮੇਰੇ ਜੇ ਗੁਣ ਨੇ ਉਹਨਾਂ ਲੁੱਟਦੇ ਰਹਿੰਦੇ ਨੇ। ਕਿਸ ਅੱਗੇ ਕਰੀ ਪੁਕਾਰ ਜਨ, ਮੈਂ ਕਿਹਦੇ ਅੱਗੇ ਪੁਕਾਰ ਕਰਾਂ। ਹੁਣ ਫਿਰ ਉੱਤਰ ਦਿੰਦੇ ਵੀ ਕੀਤਾ ਕੀ ਜਾਏ। ਸ਼੍ਰੀ ਰਾਮ ਨਾਮ ਉਚਰ ਮਨੋ, ਇਹ ਮਨ ਤੂੰ ਪਰਮਾਤਮਾ ਦਾ ਨਾਮ ਜਪ। ਇਹ ਪਰਮਾਤਮਾ ਦਾ ਨਾਮ ਹੈ ਜਿਹੜਾ ਤੈਨੂੰ ਬੁਰਾਈਆਂ ਤੋਂ ਬਚਾ ਕੇ ਰੱਖੇਗਾ। ਰਾਮ ਨਾਮ, ਸ਼੍ਰੀ ਰਾਮ ਨਾਮ ਉਚਰ ਮਨੋ, ਇਹ ਮਨਾ ਤੂੰ ਪਰਮਾਤਮਾ ਦਾ ਨਾਮ ਜਪ। ਆਗੇ ਜਮ ਦਲ ਬਿਖਮ ਕਰਨਾ, ਬਿਖਮ ਹੁੰਦਾ ਬਹੁਤ, ਘਣਾ ਮੈਨੇ ਬਹੁਤ, ਬਿਖਮ ਮੈਨੇ ਔਖਾ। ਅੱਗੇ ਜਮਾਂ ਦਾ ਬਹੁਤ ਵੱਡਾ ਟੋਲਾ ਹੈ, ਜਮਾਂ ਦੀ ਫੌਜ ਹੈ, ਉਹਨਾਂ ਤੋਂ ਬਚਣਾ ਬਹੁਤ ਔਖਾ ਹੈ। ਉਹ ਤੇ ਉਹ ਕਿਵੇਂ ਜਮਾਂ ਤੋਂ ਬਚਿਆ ਜਾ ਸਕਦਾ ਹੈ। ਸ਼੍ਰੀ ਰਾਮ ਨਾਮ ਉਚਰ ਮਨ, ਪਰਮਾਤਮਾ ਦਾ ਨਾਮ ਜਪ ਕਰਨਾ। ਇਹ ਤੂੰ ਪੰਜਾਂ ਬੁਰਾਈਆਂ ਤੋਂ ਵੀ ਬਚਿਆ ਰਹੇਗਾ ਅਤੇ ਜਮਾਂ ਤੋਂ ਵੀ ਤੂੰ ਬਚਿਆ ਰਹੇਗਾ। ਸੋ ਜੋ ਬੰਦਾ ਧਿਆਨ ਨਾਲ ਜੇ ਤੁਸੀਂ ਬਾਣੀ ਪੜ੍ਹੋ ਫਿਰ ਕਿੰਨਾ ਹੁੰਦਾ ਮਨ ਨੂੰ ਵੀ ਅਸੀਂ ਤਾਂ ਐਵੇਂ ਔਖੇ ਹੋਈ ਜਾਂਦੇ। ਗੁਰੂ ਮਹਾਰਾਜ ਸਾਨੂੰ ਗੁਰਮੰਤਰ ਦਿੱਤਾ ਹੋਇਆ, ਉੜਦੇ ਬੈਠਦੇ ਤੁਰਦੇ ਫਿਰਦੇ ਗੁਰਮੰਤਰ ਦਾ ਜਾਪ ਕਰੀ ਜਾਓ, ਕਰੀ ਜਾਓ, ਕਰੀ ਜਾਓ, ਕਰੀ ਜਾਓ, ਬਸ ਆਨੰਦ ਹੀ ਆਨੰਦ। ਧੱਕੇ ਧੋੜੇ ਜੁੱਤੀ ਖਾਣ ਦੀ ਲੋੜ ਨਹੀਂ ਹੈ। ਰਹਾਓ ਉਸਾਰ ਮੜੋਲੀ ਰੱਖੈ ਦੁਆਰਾ, ਭੀਤਰ ਬੈਠੀ ਸਾਧਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਨ, ਅਵਰ ਲੁਟੇਣ ਸੋ ਪੰਚ ਜਨ। ਉਸਾਰ ਬੜੋਲੀ ਭਾਵ ਇਹ ਸਰੀਰ ਪਰਮਾਤਮਾ ਨੇ ਬਣਾਇਆ, ਰੱਖਿਆ ਦੁਆਰਾ, ਇਹ 'ਚ 9 ਦਰਵਾਜ਼ੇ ਰੱਖਦੇ। ਭੀਤਰ ਬੈਠੀ ਸਾਧਨਾ, ਅੰਦਰ ਜੀਵ ਆਤਮਾ ਬੈਠੀ ਹੈ। ਇਹ ਸਰੀਰ ਹੈ, ਪਰਮਾਤਮਾ ਨੇ ਸਰੀਰ ਉਸਾਰਿਆ ਬਣਾਇਆ ਹੈ, ਇਹਦੇ 9 ਦਰਵਾਜ਼ੇ ਰੱਖੇ ਹੋਏ ਨੇ। ਇਸ ਸਰੀਰ ਦੇ ਵਿੱਚ ਸਾਧਨਾ ਦੇ ਔਰ ਜੀਵ ਇਸਤਰੀ, ਜੀਵ ਇਸਤਰੀ ਦੇ ਵਿੱਚ ਬੈਠੀ ਹੋਈ ਹੈ। ਅੰਮ੍ਰਿਤ ਕੇਲ ਕਰੇ ਨਿਤ ਕਾਮਨ, ਅਵਰ ਲੁਟੇਣ ਸੋ ਪੰਚ ਜਨ। ਅੰਮ੍ਰਿਤ ਆਪਣੇ ਆਪ ਨੂੰ ਅਮਰ ਸਮਝ ਕੇ ਵੀ ਮੈਂ ਤਾਂ ਸਦਾ ਹੀ ਰਹਿਣਾ। ਕੇਲ ਕਰੇ ਨਿਤ, ਜੀਵ ਆਤਮਾ ਮੌਜਾਂ ਕਰ ਰਹੀ ਹੈ, ਖੇਡਾਂ ਕਰ ਰਹੀ ਹੈ। ਕੇਲ ਦਾ ਖੇਡਾਂ ਕਰਨਾ। ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ, ਹੰਝ ਬਗਲੇ ਨੂੰ ਕਹਿੰਦੇ। ਕਦੇ ਅਸੀਂ ਖੇਤਾਂ 'ਚ ਪਾਣੀ ਲਾਉਂਦੇ ਸੀ, ਬੜੇ ਧਿਆਨ ਨਾਲ ਬਗਲਿਆਂ ਨੂੰ ਦੇਖੋ। ਜਦੋਂ ਹਲ ਵਾਹ ਲਿਆ ਕਈ ਕੀੜੇ ਮਕੌੜੇ ਧਰਤੀ ਬਾਹਰ ਆ ਜਾਂਦੇ ਸੀ, ਪਾਣੀ ਨਾਲ ਲੱਗਣ ਨਾਲ ਉੱਤੇ ਤਰ ਲਾ ਜਾਂਦਾ ਸੀ। ਫਿਰ ਬਗਲੇ ਡੱਡੀਆਂ ਮੱਛੀਆਂ ਫੜਦੇ ਨੇ। ਉਹਨੇ ਮੰਨ ਲਓ ਕੋਈ ਛੋਟੀ ਡੱਡੀ ਫੜ ਲਈ, ਬਗਲੇ ਮੂੰਹ 'ਚ ਫੜੀ, ਫਿਰ ਨਾ ਉੱਪਰ ਨੂੰ ਸੁੱਟਦਾ। ਉੱਪਰ ਸੁੱਟ ਕੇ ਫਿਰ ਜੇ ਆਪਾਂ ਵਾਲੀਬਾਲ ਕੈਚ ਕਰਨਾ ਹੁੰਦਾ ਹੈ, ਹੇਠਾਂ ਫਿਰ ਮੂੰਹ ਟੱਟਦਾ ਹੈ, ਫਿਰ ਉਹਦੇ ਮੂੰਹ 'ਚ ਆ ਕੇ ਉਹ ਡਿੱਗਦੀ ਹੈ, ਖਾਂਦਾ ਉਹਨੂੰ, ਕੇਲਾ ਕਰਦਾ। ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਕਹਿੰਦੇ ਮੌਜਾਂ ਕਰ ਸੀ, ਖੇਡਾਂ ਖੇਡ ਰਿਹਾ ਸੀ, ਅਚਾਨਕ ਬਾਜ ਆਇਆ, ਉਹ ਬਗਲੇ ਨੂੰ ਵੀ ਚੱਕਰ ਲੱਗੇ। ਚੱਲ ਵੀ ਸੱਜਣ ਤੁਰਦਾ। ਇਸ ਲਈ ਕੋਈ ਪਤਾ ਨਹੀਂ ਅਸੀਂ ਇਸ ਵੇਲੇ ਮੌਜ ਮੇਲੇ ਕਰ ਰਹੇ ਹਾਂ, ਕਿਸ ਵੇਲੇ ਮੌਤ ਰੂਪੀ ਬਾਜ ਨੇ ਆ ਜਾਣਾ। ਅੰਮ੍ਰਿਤ ਕੇਲ ਕਰੇ ਨਿਤ ਕਾਮ,
ਇਹ ਜੀਵ ਇਸਤਰੀ ਆਪਣੇ ਆਪ ਨੂੰ ਅਮਰ ਸਮਝ ਕੇ ਖੇਡਾਂ ਖੇਡਦੀ। ਅਵਰ ਲੁਟੇਨ ਸੋ ਪੰਜ ਜਨ, ਪਰ ਜਿਹਦੇ ਅੰਦਰ ਪੰਜ ਜਨ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਇਸ ਨੂੰ ਲੁੱਟੀ ਜਾ ਰਹੇ ਹਨ। ਇਹਨੂੰ ਪਤਾ ਹੀ ਨਹੀਂ ਇਹ ਖੇਡ ਤਮਾਸ਼ਿਆਂ 'ਚ ਲੱਗੇ ਹੋਏ ਹੈ। ਕਾਮਣ ਲੋੜੈ ਸੋਇ ਨ ਰੂਪਾ, ਮਿੱਤਰ ਲੁੜੇਨ ਸੋ ਖਾਦਾਤਾ, ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਪੁਰ ਬਾਂਧਾਤਾ। ਕਾਮਣ ਜੀਵ ਇਸਤਰੀ, ਲੋੜੈ ਸੋਇ ਨ ਰੂਪਾ, ਜਨਾਨੀ ਨੂੰ ਕੀ ਚਾਹੀਦਾ? ਸੋਨਾ ਚਾਹੀਦਾ, ਚਾਂਦੀ ਚਾਹੀਦੀ। ਇੱਥੇ ਕੱਪੜੇ ਨਹੀਂ ਲਿਖੇ, ਵੈਸੇ ਕੱਪੜੇ ਵੀ ਲਿਖਣੇ ਚਾਹੀਦੇ ਸੀ ਕਿਉਂਕਿ ਦੋ ਚੀਜ਼ਾਂ ਨੂੰ ਮੈਂ ਦੇਖਿਆ ਹਰ ਇੱਕ ਬੀਬੀ ਦਾ ਪਿਆਰ ਹੈ, ਇੱਕ ਕੱਪੜਿਆਂ ਨਾਲ, ਇੱਕ ਗਹਿਣੇ ਨਾਲ। ਗਹਿਣੇ ਐਕਚੁਅਲੀ ਬੜੀ ਬੀਬੀਆਂ ਲਈ ਨੇ, ਅਸੀਂ ਤਾਂ ਇਹਨਾਂ ਨੂੰ ਵੇਖ ਵੇਖ ਕੇ ਲੱਗੇ ਪਾਉਣ। ਗਹਿਣੇ ਤਾਂ ਐਕਚੁਅਲੀ ਬੀਬੀਆਂ ਲਈ, ਹਾਰ ਸ਼ਿੰਗਾਰ ਦੇ ਬੀਬੀਆਂ ਲਈ ਬਣਿਆ ਹੋਇਆ ਹੈ। ਕਿਉਂਕਿ ਜਦੋਂ ਫਿਰ ਵਿਆਹੀ ਨੇ ਪਤੀ ਨੂੰ ਖੁਸ਼ ਕਰਨ ਲਈ ਹਾਰ ਸ਼ਿੰਗਾਰ ਕਰਨਾ ਹੁੰਦਾ। ਕੁਆਰੀ ਜੇ ਲੜਕੀ ਹਾਰ ਸ਼ਿੰਗਾਰ ਕਰੇ ਤਾਂ ਉਹਨੂੰ ਕਈ ਪੁੱਛਦੇ ਨੇ, ਤੂੰ ਵਿਆਹ ਕਰਾ ਲਿਆ ਵੀ ਹਾਰ ਸ਼ਿੰਗਾਰ ਕੀਤਾ ਤੂੰ? ਜੇ ਮੈਨੂੰ ਸ਼ੁਰੂ ਤੋਂ ਹੀ ਕੜਾ ਛਾਪ ਪਾਉਣ ਦਾ ਸ਼ੌਕ ਸੀ, ਕਈਆਂ ਮੈਨੂੰ ਪੁੱਛਣਾ ਸ਼ਾਦੀ ਕਰਾ ਲਈ ਹੈ? ਮੈਂ ਨਹੀਂ, ਕਹਿੰਦੇ ਕੜਾ ਛਾਪ ਪਾਈ। ਮੈਂ ਤਾਂ ਯਾਰ ਮੇਰਾ ਸ਼ੌਕ ਹੈ ਸੋ ਪੁੱਛਿਆ ਨਾ ਅਗਲੇ ਨੇ ਵੇਖ ਕੇ ਗਹਿਣੇ। ਇਸ ਤਰ੍ਹਾਂ ਜੇ ਕੋਈ ਲੜਕੀ ਹਾਰ ਸ਼ਿੰਗਾਰ ਕੀਤਾ ਤਾਂ ਪੁੱਛਦਾ ਕਦੋਂ ਦਾ ਤੇਰਾ ਵਿਆਹ ਹੋਇਆ? ਅਤੇ ਜੇ ਕਹਿ ਵੀ ਨਹੀਂ ਮੇਰਾ ਤਾਂ ਵਿਆਹ ਨਹੀਂ ਹੋਇਆ, ਤਾਂ ਫਿਰ ਉਹਨੂੰ ਕਹਿੰਦੇ ਵੀ ਮਨ 'ਚ ਸੋਚਦੇ ਹਾਰ ਸ਼ਿੰਗਾਰ ਅਤੇ ਵਿਆਹੀਆਂ ਵਾਲਾ ਕੀਤਾ ਹੋਇਆ। ਇਸ ਲਈ ਔਰਤ ਨੂੰ ਕੀ ਚਾਹੀਦਾ? ਕਾਮਣ ਲੋੜੈ ਸੋਇ ਨ ਰੂਪਾ, ਔਰਤ ਨੂੰ ਚਾਹੀਦਾ ਸੋਨਾ ਅਤੇ ਚਾਂਦੀ। ਮਿੱਤਰ ਲੁੜੈਣ ਸੋ ਖਾਦਾਤਾ, ਸੋ ਮੈਨੇ ਵਧੀਆ ਖਾਦਾਤਾ ਮੈਨੇ ਭੋਜਨ, ਅਤੇ ਮਿੱਤਰ ਚੰਗਾ ਭੋਜਨ ਖਾਣਾ ਚਾਹੁੰਦੇ ਨੇ, ਲਿਆ ਵੀ ਖਵਾ ਪਿਆ। ਮਿੱਤਰ ਤਾਂ ਉਹਨਾਂ ਜਿਹੜੇ ਜਿੰਨਾ ਚਿਰ ਖਵਾ ਪਿਆ ਹੋਗੇ। ਅਤੇ ਪੀਣ ਵਾਲੇ ਤਾਂ ਖਾਸ ਕਰ ਇਹ ਤਾਂ ਪਿਆਲੇ ਦੇ ਯਾਰ ਹੁੰਦੇ ਨੇ। ਪੀਣ ਵਾਲਾ ਬੰਦਾ ਤੁਹਾਡਾ ਯਾਰ ਨਹੀਂ ਹੁੰਦਾ, ਇਹ ਤਾਂ ਪਿਆਲੇ ਦਾ ਯਾਰ ਹੁੰਦਾ ਹੈ। ਭਰਾ ਨੂੰ ਭੁਲੇਖਾ ਸੀ, ਉਹ ਰਿਟਾਇਰ ਹੋ ਗਏ, ਚਲੋ ਪੀਂਦੇ। ਐਤਵਾਰ ਨੂੰ ਉਹਨੇ 13-14 ਦੋਸਤਾਂ ਨੇ ਆ ਜਾ ਕਰਨਾ ਘਨੌਰ ਤੋਂ ਚੱਲ ਕੇ ਪਟਿਆਲੇ ਪੀਣ, ਵੀ ਅੰਗਰੇਜ਼ੀ ਜਾ ਕੇ ਪੀਆਂਗੇ ਹਕੀਰ ਸਾਹਿਬ ਕੋਲ। ਮੈਂ ਦੇਖਿਆ ਵੀ ਇਹਨਾਂ ਦਾ ਕੀ, ਮੈਨੂੰ ਤਾਂ ਪਤਾ ਸੀ ਵੀ ਇਹ ਮੇਰੇ ਬ੍ਰਦਰ ਦੇ ਦੋਸਤ ਨਹੀਂ, ਇਹ ਤਾਂ ਪਿਆਲੇ ਦੇ ਦੋਸਤ ਨੇ। ਮੈਂ ਉਹਨੂੰ ਇੱਕ ਦਿਨ ਕਿਹਾ ਤੁਹਾਨੂੰ ਮੈਂ ਭੁਲੇਖਾ ਤੁਹਾਡੇ ਦੋਸਤ ਨੇ, ਇਹ ਤਾਂ ਸ਼ਰਾਬ ਕਾਰਨ ਤੁਹਾਡੇ ਆਉਂਦੇ ਨੇ, ਕਿਰਾਇਆ ਲਾ ਕੇ ਆਉਂਦੇ, ਟਾਈਮ ਕੱਢ ਕੇ ਆਉਂਦੇ ਨੇ। ਤੁਸੀਂ ਲਾਈਨਾਂ ਪੜਾਉਣੀ ਬੰਦ ਕਦੋਂ, ਇੱਕ ਵੀ ਨਹੀਂ ਤੁਹਾਡੇ ਆਵੇਗਾ। ਕਹਿੰਦੇ ਕਿਵੇਂ ਕਰਾਂ? ਮੈਂ ਤੁਸੀਂ ਜਦੋਂ ਹੁਣ ਆਏ ਨਾ ਇਹਨਾਂ ਨੂੰ ਕਿਹਾ ਵੀ ਦੇਖੋ ਭਾਈ, ਪਹਿਲਾਂ ਤਾਂ ਮੈਂ ਰਹਿੰਦਾ ਸੀ ਘਨੌਰ ਅਤੇ ਮੇਰਾ ਭਰਾ ਰਹਿੰਦਾ ਸੀ ਪਟਿਆਲੇ। ਪਟਿਆਲੇ ਦੇ ਲੋਕਾਂ ਨੂੰ ਪਤਾ ਨਹੀਂ ਸੀ ਵੀ ਮੈਂ ਜੈਮਲ ਸਿੰਘ ਦਾ ਭਰਾ ਹਾਂ। ਹੁਣ ਤਾਂ ਮੈਂ ਇੱਥੇ ਰਹਿਣਾ, ਮੈਂ ਸਤਸੰਗ ਚਾਹੁੰਦਾ, ਸਾਰੇ ਲੋਕਾਂ ਨੂੰ ਪਤਾ ਲੱਗਿਆ ਵੀ ਬਾਬਾ ਜੀ ਦਾ ਭਰਾ ਹੈ। ਬਈ ਇਹ ਅੱਛਾ ਨਹੀਂ ਲੱਗਦਾ, ਇੱਕ ਭਰਾ ਤਾਂ ਲੋਕਾਂ ਦੀ ਛਡਾਵੇ ਅਤੇ ਦੂਜਾ ਪੀਵੇ। ਇਸ ਲਈ ਮੈਂ ਤਾਂ ਭਾਈ ਪੀਣੀ ਬੰਦ ਕਰਤੀ। ਮਗਰ ਮੈਂ ਭਾਵੇਂ ਤੁਸੀਂ ਪੀ ਵੀ ਜਾਇਓ, ਉਹਨਾਂ ਨੇ ਇਹੀ ਕਹਿਣਾ ਬਈ ਚਾਹ ਪਾਣੀ ਪੀਣੇ ਤਾਂ ਪੀ ਲਓ, ਮੈਂ ਦੇਖਾਂਗਾ ਕੌਣ ਆਉਂਦਾ। ਉਹ ਆ ਗਏ ਜੀ, ਬ੍ਰਦਰ ਨੇ ਪਿਲਾਈ ਹੋਈ ਨਹੀਂ। ਕਹਿੰਦੇ ਯਾਰ ਹਕੀਰ ਸਾਹਿਬ ਘੰਟਾ ਹੋ ਗਿਆ ਬੈਠੇ, ਕੋਈ ਪਿਲਾ ਪਲੂ। ਕਹਿੰਦੇ ਉਹਨਾਂ ਜਿਵੇਂ ਮੈਂ ਸਿਖਾਇਆ ਸੀ ਉਹਨਾਂ ਉਵੇਂ ਕਹਿਤਾ। ਚੰਗਾ ਬੰਦਾ ਯਾਰ ਤੂੰ, ਤੇਰਾ ਭਰਾ ਨਹੀਂ ਪੀਂਦਾ, ਨਾ ਪੀਵੇ, ਆਪਾਂ ਤਾਂ ਪੀਓ, ਮੌਜ ਕਰੋ। ਕਹਿੰਦਾ ਨਾ ਭਾਈ, ਹੁਣ ਮੈਂ ਨੇੜੇ ਦੇ 1 ਕਿਲੋਮੀਟਰ ਦੀ ਦੂਰੀ 'ਤੇ ਅਸੀਂ ਦੋਨੋਂ ਭਰਾ ਰਹਿਣਾ ਅੱਛਾ ਨਹੀਂ ਲੱਗਦਾ, ਇਸ ਲਈ ਮੈਂ ਤਾਂ ਭਰਾ ਛੱਡ ਦਿੱਤੀ ਹੈ ਚਾਹ। ਤੁਹਾਨੂੰ ਪਤਾ ਕਹਿੰਦੇ ਚਾਹ ਦਾ ਕੀ ਪੀਣਾ, ਉੱਠ ਕੇ ਚਲੇ ਗਏ, ਮੁੜ ਕੇ ਨਹੀਂ ਆਏ। ਸਾਲ ਬਾਅਦ ਬ੍ਰਦਰ ਦੀ ਡੈਥ ਹੋ ਗਈ। ਮੈਂ ਉਹਨੇ 14 ਦੇ 14 ਨੂੰ ਸੁਨੇਹੇ ਭੇਜੇ, ਇੱਕ ਆਇਆ ਉਹਨਾਂ 'ਚੋਂ, ਉਹ ਵੀ ਮੇਰਾ ਕੁਲੀਗ ਸੀ, ਉਹ ਮੇਰੇ ਸਕੂਲ ਜਾਣ ਲੱਗੋ ਤਾਂ ਮੇਰੇ ਮੂੰਹ ਨੂੰ ਆ ਗਿਆ, ਇੱਕ ਨਹੀਂ ਆਇਆ। ਮੈਂ ਦੇਖੋ ਹੈ ਨਾ, ਇਹ ਤਾਂ ਸ਼ਰਾਬ ਦੇ ਮਿੱਤਰ ਸਨ, ਬੰਦੇ ਦੇ ਨਹੀਂ ਸੀ। ਸੋ ਦੋਸਤ ਤਾਂ ਕੋਈ ਵਿਰਲਾ ਟਾਵੇਂ ਹੁੰਦਾ ਜਿਹੜਾ ਔਖ ਵੇਲੇ ਕੰਮ ਆਵੇ, ਨਹੀਂ ਤਾਂ ਬਸ ਤਾਂ ਅਗਲੇ ਕਿਹਾ ਵੀ ਜਨਾਨੀ ਨੂੰ ਕੀ ਚਾਹੀਦਾ? ਸੋਨਾ ਅਤੇ ਚਾਂਦੀ। ਅਤੇ ਦੋਸਤਾਂ ਨੂੰ ਕੀ ਚਾਹੀਦਾ? ਖੋ ਪਿਓ ਜੀ, ਖਾਣ ਪੀਣ ਨੂੰ ਮਿਲ। ਬੱਲੇ ਬੱਲੇ ਬੱਲੇ, ਕਿਆ ਬਾਤ ਹੈ, ਤੇਰੇ ਵਰਗਾ ਯਾਰ ਬੰਦਾ ਕੋਈ। ਹਾਂਜੀ, ਫਿਰ ਮੈਂ ਕਿਉਂ ਵੈਸ਼ਨੂੰ ਬੰਦਾ ਜੇ ਪੀਣ ਵਾਲਾ ਸੁਣਦਾ ਨਾ, ਮੈਂ ਬੈਠ ਕੇ ਸੁਣਨਾ ਗਿਆਨ ਹੁੰਦਾ ਵੀ ਭਲਾ ਕੀ ਕਹਿੰਦੇ ਨੇ।
ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਮਿੱਤਰ ਤਾਂ ਕਿ ਲਿਆ ਭਾਈ ਖੁਆ ਪਿਆ, ਨਹੀਂ ਖੁਆ ਪਾਗੇ ਚੱਲ ਯਾਰ ਤੂੰ ਕੀ ਕਰਾਉਣਾ। ਨਾਨਕ ਪਾਪ ਕਰੇ ਤਿਨ ਕਾਰਨ। ਇਹ ਜਨਾਨੀ ਲਈ ਅਤੇ ਆਪਣੇ ਦੋਸਤਾਂ ਲਈ ਫਿਰ ਬੰਦਾ ਪਾਪ ਕਰਮ ਕਰਦਾ, ਕਿਉਂ ਪੈਸੇ ਚਾਹੀਦੇ ਨੇ, ਸੋਨੇ ਚਾਂਦੀ ਲਈ ਮਾਇਆ ਚਾਹੀਦੀ ਹੈ, ਫਿਰ ਠੱਗੀਆਂ ਠੋਰੀਆਂ ਕਰੇਗਾ, ਚੋਰੀਆਂ ਕਰੇਗਾ, ਲੁੱਟਾ ਖੋਹਾਂ ਕਰੇਗਾ, ਮਿਲਾਵਟ ਕਰੇਗਾ, ਧੋਖਾਧੜੀ ਕਰੇਗਾ। ਨਾਨਕ ਪਾਪ ਕਰੇ ਤਿੰਨ ਕਾਰਨ, ਉਹਨਾਂ ਦੀ ਖਾਤਰ ਫਿਰ ਇਹ ਪਾਪ ਕਰਦਾ। ਜਾਸੀ ਜੰਪੁਰ ਬੰਨ੍ਹਤ, ਵਾਲੇ ਨੂੰ ਬੰਨ੍ਹ ਕੇ ਜੰਪੁਰੀ 'ਚ ਲੈ ਜਾਣ। ਜਮਦੂਤਾਂ ਨੇ ਆਉਣੇ, ਰੱਸੇ ਨਾਲ ਬੰਨ੍ਹਣੇ ਜਾਂ ਗਲ 'ਚ ਸੰਗਲ ਪਾ ਲੈਣਾ ਅਤੇ ਜੰਪੁਰੀ ਲੈ ਜਾਣਾ। ਆ ਜਾ ਵੀ ਸੱਜਣ। ਗੌੜੀ ਚੇਤੀ ਮਹਿਲਾ ਪਹਿਲਾ। ਮੁੰਦਰਾਂ ਤੇ ਘਟ ਭੀਤਰ ਮੁੰਦਰਾਂ, ਕਾਇਆ ਕੀਜੈ ਖਿਨ ਥਾਤਾ। ਪੰਜ ਚੇਲੇ ਵਸ ਕੀਜਹਿ ਰਾਵਲ, ਇਹ ਮਨ ਕੀਜੈ ਡੰਡਾਤਾ। ਕਿਸੇ ਜੋਗੀ ਨੂੰ ਕਹਿ, ਰਾਵਲ ਜੋਗੀ ਨੂੰ ਕਹਿੰਦੇ। ਜੋਗੀਆਂ ਨੇ ਮੁੰਦਰਾਂ ਪਾਈਆਂ ਹੁੰਦੀਆਂ। ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਕਹਿੰਦੇ ਨੇ ਵੀ ਤੁਹਾਡੇ ਅੰਦਰ ਜਿਹੜਾ ਸਬਰ ਸੰਤੋਖ ਹੈ ਉਹ ਮੁੰਦਰਾਂ ਹੋਣੀਆਂ ਚਾਹੀਦੀਆਂ। ਜੇ ਤੂੰ ਬਾਹਰ ਮੁੰਦਰਾਂ ਪਾਈਆਂ ਨਾ, ਅਤੇ ਜੇ ਤੁਹਾਡੇ ਅੰਦਰ ਸਬਰ ਸੰਤੋਖ ਨਹੀਂ ਤਾਂ ਇਹ ਤਾਂ ਲੋਕ ਵਿਖਾਵਾ ਹੋਵੇਗਾ। ਇਹ ਲੋਕ ਵਿਖਾਵਾ। ਮੁੰਦਰਾਂ ਤੇ ਘਟ ਭੀਤਰ ਮੁੰਦਰਾਂ, ਇਹ ਜਿਹੜੇ ਤੁਸੀਂ ਮੁੰਦਰਾਂ ਪਾਈਆਂ ਤਾਂ ਬਾਹਰ ਕੰਨਾਂ 'ਚ ਪਾਈਆਂ ਹੋਈਆਂ, ਅੰਦਰ ਵੀ ਮੁੰਦਰਾਂ ਚਾਹੀਦੀਆਂ। ਉਹ ਹੈ ਸਬਰ ਸੰਤੋਖ ਦੀਆਂ। ਤੁਹਾਡੇ 'ਚ ਸਬਰ ਸੰਤੋਖ ਹੋਣਾ ਚਾਹੀਦਾ। ਇਹੀ ਮੁੰਦਰਾਂ ਨੇ। ਕਾਇਆ ਕੀਜੈ ਖਿੰਥਾਤਾ, ਖਿੰਥਾਂ ਦੀ ਗੋਦੜੀ। ਕਹਿੰਦੇ ਤੁਸੀਂ ਸਰੀਰ ਦੇ ਉੱਤੇ ਗੋਦੜੀ ਪਾ ਰੱਖੀ ਹੈ। ਨਹੀਂ, ਸਰੀਰ ਨੂੰ ਹੀ ਗੋਦੜੀ ਸਮਝੋ, ਵੀ ਕਦੇ ਨਾਸ ਹੋ ਹੀ ਜਾਣਾ ਹੈ। ਸਰੀਰ ਨੂੰ ਹੀ ਗੋਦੜੀ ਸਮਝੋ। ਇਹ ਜੇ ਸਬਰ ਸੰਤੋਖ ਨੂੰ ਸਮਝੋ, ਤੁਸੀਂ ਕੰਨਾਂ 'ਚ ਮੁੰਦਰਾਂ ਪਾ ਰੱਖੀਆਂ ਹੋਈਆਂ। ਪੰਜ ਚੇਲੇ ਵਸ ਕੀਜੈ ਰਾਵਲ। ਹੈ ਜੋਗੀ, ਇਹ ਜਿਹੜੇ ਪੰਜ ਚੇਲੇ ਨੇ ਨਾ, ਸਾਡੇ ਪੰਜ ਇੰਦਰੀਆਂ ਨੇ, ਜਿਨ੍ਹਾਂ ਨੂੰ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ, ਪੰਜ ਕਰਮ ਇੰਦਰੀਆਂ ਨੇ, ਪੰਜ ਗਿਆਨ ਇੰਦਰੀਆਂ ਨੇ। ਕਈ ਇੰਦਰੀਆਂ ਦੂਰਾ ਕੰਮ ਕਰਦੀਆਂ, ਕਈ ਕਰਮ ਵੀ ਇੰਦਰੀਆਂ ਕਰਦੀਆਂ ਨੇ ਅਤੇ ਗਿਆਨ ਵੀ ਦਿੰਦੀਆਂ, ਅਤੇ ਕਈ ਸਿਰਫ ਗਿਆਨ ਇੰਦਰੀਆਂ ਨੇ। ਅੱਖਾਂ ਇਹ ਗਿਆਨ ਇੰਦਰੀਆਂ ਨੇ, ਅਸੀਂ ਇਹਨਾਂ ਨਾਲ ਵੇਖਦੇ ਸਾਨੂੰ ਗਿਆਨ ਹੁੰਦਾ। ਕੰਨ ਨੇ, ਇਹ ਗਿਆਨ ਇੰਦਰੀਆਂ ਨੇ, ਇਹਨਾਂ ਤੋਂ ਸਾਨੂੰ ਸੁਣ ਕੇ ਸਾਨੂੰ ਗਿਆਨ ਹੁੰਦਾ ਹੈ। ਜਿਵੇਂ ਹੱਥ ਅਤੇ ਪੈਰ ਵੀ ਇੰਦਰੀਆਂ ਨੇ, ਪਰ ਇਹ ਕਰਮ ਇੰਦਰੀਆਂ ਨੇ, ਇਹ ਕਰਮ ਇੰਦਰੀਆਂ। ਸੋ ਜਿਹੜੇ ਤੇਰੀ ਇੰਦਰੀਆਂ ਨੇ ਨਾ ਪੰਜ, ਕਹਿੰਦੇ ਤੂੰ ਇਹਨਾਂ ਨੂੰ ਕੰਟਰੋਲ ਕਰ, ਇਹਨਾਂ ਦੀ ਠੀਕ ਵਰਤੋਂ ਕਰ। ਸਾਨੂੰ ਅੱਖਾਂ ਦੀ ਠੀਕ ਵਰਤੋਂ ਨਹੀਂ ਕਰਨੀ ਆਉਂਦੀ। ਜਦੋਂ ਟੀਚਰ ਲੱਗਾ, ਕਈ ਵਾਰੀ ਕਿਸੇ ਲੜਕੀ ਨੇ ਆ ਜਾਣਾ, ਆਹ ਫਲਾਣਾ ਮੁੰਡਾ ਜੀ ਮੇਰੇ ਵੱਲ ਹੋਰ ਤਰ੍ਹਾਂ ਵੇਖਦਾ। ਇਹਦਾ ਮਤਲਬ ਹੈ ਅੱਖਾਂ ਕਾਹਦੇ ਲਈ ਸਨ ਅਤੇ ਕਾਹਦੇ ਲਈ ਵਰਤੀਆਂ ਜਾ ਰਹੀਆਂ ਨੇ। ਅੱਖਾਂ ਦੀ ਠੀਕ ਵਰਤੋਂ ਕਰਨਾ, ਕੰਨਾਂ ਦੀ ਠੀਕ ਵਰਤੋਂ ਕਰਨਾ, ਮੂੰਹ ਦੀ ਜੀਭ ਦੀ ਠੀਕ ਵਰਤੋਂ ਕਰਨਾ, ਹੱਥਾਂ ਦੀ ਠੀਕ ਵਰਤੋਂ ਕਰਨਾ, ਪੈਰਾਂ ਦੀ ਠੀਕ ਵਰਤੋਂ ਕਰਨਾ। ਜੇ ਕਿਤੇ ਸਾਨੂੰ ਇਹ ਪੰਜੇ ਠੀਕ ਵਰਤੋਂ ਆ ਜਾਏ, ਜੀਵਨ ਸੁਖੀ ਹੋ ਸਕਦਾ। ਪੈਰਾਂ ਨਾਲ ਚੱਲ ਕੇ ਗੁਰਬਾਣੀ ਕਹਿੰਦੇ ਸਤ ਸੰਗਤ 'ਚ ਜਾਓ, ਪਰ ਇਹਨਾਂ ਪੈਰਾਂ ਨਾਲ ਚੱਲ ਕੇ ਮਨੁੱਖ ਠੇਕਿਆਂ ਨੂੰ ਤੁਰਿਆ ਜਾਂਦਾ, ਚੋਰੀਆਂ ਕਰਨ ਤੁਰਿਆ ਜਾ, ਡਾਕੇ ਮਾਰਨ ਤੁਰਿਆ ਜਾ। ਹੱਥਾਂ ਨਾਲ ਕਹਿੰਦੇ ਸੇਵਾ ਕਰੋ, ਪਰ ਇਹਨਾਂ ਹੱਥਾਂ ਨੂੰ ਲੁੱਟਾਂ ਖੋਹਾਂ ਕਰ ਰਿਹਾ, ਡਾਕੇ ਮਾਰ ਰਿਹਾ, ਪੜਾ ਤੇ ਕੀ ਕੁਛ ਕਰ ਰਿਹਾ ਹੈ। ਕੰਨਾਂ ਨਾਲ ਹਰੀ ਜਸ ਸੁਣੋ, ਇੱਥੇ ਗੰਦਮੰਦ ਸੁਣ ਰਿਹਾ ਹੈ। ਜੀਵ ਨਾ ਪਰਮਾਤਮਾ ਦਾ ਨਾਮ ਜਪੋ, ਇੱਥੇ ਗਾਲਾਂ ਕੱਢ ਰਿਹਾ ਹੈ ਜੀਵ ਨਾਲ। ਅੱਖਾਂ ਨਾਲ ਹਰ ਇੱਕ ਦੇ ਵਿੱਚ ਪਰਮਾਤਮਾ ਨੂੰ ਵੇਖੋ, ਕਿ ਪਰ ਕੀ ਕੁਛ ਵੇਖੀ ਜਾ ਰਿਹਾ। ਮੈਂ ਕਈ ਵਾਰ ਬੈਠਾ ਸੋਚਦਾ ਕਿ ਮਨੁੱਖ ਕੋਲ ਜੋ ਕੁਝ ਵੀ ਹੈ ਇਹਨੂੰ ਹੀ ਵਰਤਣਾ ਹੀ ਨਹੀਂ ਆਉਂਦਾ। ਜੇ ਕਿਤੇ ਜੋ ਕੁਝ ਸਾਡੇ ਕੋਲ ਹੈ ਨਾ, ਸਾਨੂੰ ਕਦੇ ਠੀਕ ਉਹਦੀ ਵਰਤੋਂ ਕਰਨੀ ਆ ਜਾਏ ਨਾ, ਸਾਡਾ ਜੀਵਨ ਸਵਰਗ ਹੋ ਸਕਦਾ। ਅਸੀਂ ਕੁਚੱਜੇ ਹਾਂ, ਚਾਕੂ ਹੈ ਢਿੱਡ ਪਾੜਨ 'ਤੇ ਲੱਗੇ ਹੋਏ, ਹੈ ਕਾਹਦੇ ਲਈ ਸੀ? ਉਹ ਸਬਜ਼ੀਆਂ ਕੁੱਟਣ ਲਈ ਸੀ। ਚੀਜ਼ ਹੈ
ਉਹਦੀ ਵਰਤੋਂ 'ਤੇ ਨਿਰਭਰ ਕਰਦਾ ਤੁਸੀਂ ਕਿਵੇਂ ਉਹਦੀ ਵਰਤੋਂ ਕਰਦੇ ਹੋ। ਰੇਡੀਅਮ ਹੈ, ਕਾਰਖਾਨੇ ਚਲਾਏ ਜਾ ਸਕਦੇ ਨੇ, ਰੇਡੀਅਮ ਨਾਲ ਐਟਮ ਬੰਬ ਵੀ ਬਣ ਸਕਦੇ ਆ, ਬਰਬਾਦੀ ਹੋ ਸਕਦੀ ਹੈ। ਵਰਤੋਂ ਕਿਵੇਂ ਕੀਤੀ ਜਾ ਰਹੀ ਹੈ ਇਸ 'ਤੇ ਨਿਰਭਰ ਕਰਦਾ। ਜੇ ਕਿਤੇ ਮਨੁੱਖ ਕੋਲ ਜੋ ਕੁਛ ਹੈ ਇਹਦੀ ਸਹੀ ਵਰਤੋਂ ਕਰਨੀ ਹੈ, ਜੇ ਗਰੀਬ ਹੋ ਹੀ ਨਹੀਂ ਸਕਦਾ, ਇਹ ਦੁਖੀ ਹੋ ਹੀ ਨਹੀਂ ਸਕਦਾ, ਇਹਨੂੰ ਵਰਤੋਂ ਹੀ ਨਹੀਂ ਕਰਨੀ ਆਉਂਦੀ। ਪੈਸਾ ਮਨੁੱਖ ਕੋਲ ਇਹ ਨਹੀਂ ਵਰਤਣਾ ਆਉਂਦਾ, ਖਰਚਣਾ ਆਉਂਦਾ ਬਸ। ਪੈਸਾ ਖਰਚਣਾ ਸਾਰਿਆਂ ਨੂੰ ਆਉਂਦਾ, ਵਰਤਣਾ ਤਾਂ 2-3% ਨੂੰ ਆਉਂਦਾ। ਪਹਿਲੇ ਤਾਂ ਮੇਰੀ ਕਿੰਨੀ ਦੇਰ ਗੱਲ ਹੀ ਨਹੀਂ ਲੋਕਾਂ ਨੂੰ ਸਮਝੇ। ਮੈਂ ਕਹਿੰਦਾ ਭਾਈ ਪੈਸਾ ਵਰਤਿਆ ਕਰੋ, ਖਰਚਿਆ ਨਾ ਕਰੋ। ਕਿੰਨਾ ਗੱਲ ਹੀ ਨਾ ਸਮਝ, ਇਹ 'ਚ ਕੀ ਫਰਕ ਹੈ। ਪੈਸਾ ਵਰਤਣ ਨਾਲ ਨਹੀਂ ਮੁੱਕਦਾ, ਖਰਚਣ ਨਾਲ ਇੱਕੋ ਦਿਨ 'ਚ ਮੁੱਕ ਸਕਦਾ। ਇੱਕੋ ਦਿਨ 'ਚ ਅਸੀਂ ਲੱਖਾਂ ਰੁਪਏ ਖਰਚ ਸਕਦੇ, ਵਰਤਣ ਨਾਲ ਹੀ ਮੁੱਕਦਾ। ਮੈਂ ਦੇਖਿਆ ਪੰਜਾਬ ਦੇ ਲੋਕ ਖਾਸ ਕਰਕੇ, ਉਹਨੇ ਜਿਹੜੇ ਜੱਟ ਨੇ, ਸਾਡਾ ਤਬਕਾ ਜਿਹੜਾ, ਇਹ ਖਾਸ ਕਰਕੇ ਇਹ ਫੁਕਰੇ ਨੇ, ਇਹਨਾਂ ਦਾ ਪੈਸਾ ਵਰਤਣ ਹੀ ਨਹੀਂ ਆਉਂਦਾ। ਇਹ ਤਾਂ ਸਿੱਖੇ ਹੀ ਨਹੀਂ ਜਾਚ ਵੀ ਪੈਸਾ ਇਹਨਾਂ ਨੂੰ ਤਾਂ ਖਰਚਣਾ ਆਉਂਦਾ, ਪੈਸਾ ਖਰਚਣਾ ਆਉਂਦਾ। ਅਸੀਂ ਸਾਰੇ ਕਰਜ਼ਾਈ ਨੇ, ਸਾਰੇ ਕਰਜ਼ਾਈ। ਮੈਂ ਕਈ ਵਾਰੀ ਕਹਿਣਾ ਜੇ ਜੀਰੀ 3000 ਰੁਪਏ ਕੁਇੰਟਲ ਹੋ ਜਾਏ ਨਾ, ਇਹ ਤਾਂ ਵੀ ਭੁੱਖੇ ਦੇ ਭੁੱਖੇ ਹੀ ਰਹਿਣਗੇ। ਪੰਜਾਬ ਸਰਕਾਰ ਨੇ 1-1 ਲੱਖ ਰੁਪਏ ਕਰਜ਼ਾ ਮੁਆਫ ਕਰਤਾ। ਇੱਕ ਬੰਦੇ ਨੇ ਦੋਸਤ ਸੱਦ ਲਏ, ਕਹਿੰਦੇ ਮੈਂ ਪਾਰਟੀ ਕਰਨੀ। ਉਹ ਆ ਕਹਿੰਦੇ ਕਾਹਦੀ ਪਾਰਟੀ? ਕਹਿੰਦੇ ਸਰਕਾਰ ਨੇ ਲੱਖ ਰੁਪਏ ਮੁਆਫ ਕੀਤਾ, ਮੈਂ ਖਾਵਾਂ ਪੀਵਾਂ ਮੌਜ ਕਰਾਂ। ਲੈ ਕਰ ਲਓ ਮੁਆਫ। ਜਿਨ੍ਹਾਂ ਨੂੰ ਜਾਚ ਹੀ ਨਹੀਂ ਪੈਸਾ ਵਰਤਣ ਦੇ, ਕੁਚੱਜਿਆਂ ਕੋਲ ਕਿੰਨਾ ਹੀ ਪੈਸਾ ਕਿਉਂ ਨਾ ਹੋਵੇ, ਸਭ ਉਜਾੜ ਦੇਣਗੇ। ਮਨੁੱਖ ਕੁਚੱਜੇ ਨੇ, ਕੁਚੱਜੇ ਹੋਣ ਕਰੇ ਭੁੱਖੇ ਨੰਗੇ ਨੇ, ਸਭ ਕੁਛ ਹੋਣ ਦੇ ਬਾਵਜੂਦ ਇਹਨਾਂ ਵਰਤਣਾ ਨਹੀਂ ਹੁੰਦਾ। ਸਾਨੂੰ ਚੀਜ਼ਾਂ ਹੀ ਨਹੀਂ ਵਰਤਣੀਆਂ। ਸਮਾਂ ਸਾਡੇ ਕੋਲ ਉਹ ਨਹੀਂ ਸਾਨੂੰ ਵਰਤਣਾ ਹੁੰਦਾ। ਅਵਾਰਾਗਰਦੀ ਕਰੀ ਗਏ ਬਸ, ਕੁੱਟੀ ਮਾਰੀ ਗਏ ਲੋਕਾਂ ਨੂੰ। ਤੰਦਰੁਸਤੀ ਉਹ ਨਹੀਂ ਸਾਨੂੰ ਵਰਤਣੀ ਹੁੰਦੀ। ਆ ਜਿੰਨੇ ਜੇਲ੍ਹ 'ਚ ਬੈਠੇ ਨੇ, ਇਹ ਜੋ ਕੁਛ ਨੇ ਕੀਤਾ ਉਹਦੇ ਤੰਦਰੁਸਤ ਸਨ ਜੋ ਕੀਤਾ। ਬਿਮਾਰ ਬੰਦਾ ਕਿਆ ਕਰੇਗਾ? ਅਤੇ ਤੰਦਰੁਸਤੀ ਜੋ ਕੁਛ ਕੀਤਾ ਉਹਦਾ ਨਤੀਜਾ ਜੇਲ੍ਹ ਨਿਕਲੇ, ਕਿਆ ਫਾਇਦਾ? ਵੀ ਇਹਦੇ ਸਾਨੂੰ ਤਾਂ ਤੰਦਰੁਸਤੀ ਵੀ ਨਹੀਂ ਵਰਤਣੀ ਆਉਂਦੀ, ਪੈਸਾ ਸਾਨੂੰ ਨਹੀਂ ਵਰਤਣਾ ਆਉਂਦਾ, ਸਮਾਂ ਸਾਨੂੰ ਨਹੀਂ ਵਰਤਣਾ ਆਉਂਦਾ। ਅਤੇ ਤਿੰਨ ਹੀ ਚੀਜ਼ਾਂ ਬੰਦੇ ਕੋਲ ਹੁੰਦੀਆਂ, ਜਾਂ ਉਹਦੇ ਕੋਲ ਸਮਾਂ ਹੈ, ਜਾਂ ਉਹਦੇ ਕੋਲ ਤੰਦਰੁਸਤੀ ਹੈ, ਜਾਂ ਉਹਦੇ ਕੋਲ ਪੈਸੇ ਲੈ। ਤਿੰਨੋਂ ਹੀ ਨਹੀਂ ਵਰਤਣੀ ਆਉਂਦੀ। ਖਾਏ ਜਾਂ ਧੱਕੇ ਧੋੜੇ। ਅਤੇ ਜੇ ਕਿਸੇ ਨੂੰ ਸਮਝਾਓ ਉਹ ਸੁਣਦੇ ਹੀ ਨਹੀਂ ਹੈਗੇ, ਉਹ ਸੁਣਦੇ ਹੀ ਨਹੀਂ। ਕਹਿੰਦੇ ਇਹ ਤਾਂ ਘਾਹ ਖਾਣੇ ਨੇ, ਇਹਨਾਂ ਨੂੰ ਕੀ ਪਤਾ, ਖਾਓ ਪੀਓ ਐਸ਼ ਕਰੋ। ਹਾਂ, ਘਾਹ ਖਾਣੇ, ਦਾਲ ਪੀਣੇ। ਮੈਂ ਬੜੇ ਮੇਰੇ ਨਾਮ ਨਾਲ ਵਿਸ਼ੇਸ਼ਣ ਲਾਉਂਦੇ ਸਨ ਘਰ ਦੇ ਜੀ। ਮੈਂ ਸੁਣੀ ਜਾਂਦਾ, ਹੱਸੀ ਜਾਂਦਾ ਸੀ। ਕੋਈ ਮੇਰੀ ਆਦਤ ਮੈਂ ਬਹੁਤਾ ਫੀਲ ਨਹੀਂ ਕਰਿਆ ਕਰਦਾ ਜੋ ਕਹਿੰਦਾ ਮੈਨੂੰ। ਮੈਂ ਅੱਗੋਂ ਗੁੱਸੇ 'ਚ ਨਹੀਂ ਆਉਂਦਾ, ਹਾਂ ਮੈਨੂੰ ਐਂ ਕਿਉਂ ਕਿਹਾ। ਕਿਉਂ ਮੈਂ 37 ਸਾਲ ਪੋਲੀਟੀਕਲ ਸਾਇੰਸ ਪੜ੍ਹਾਈ, ਸੰਵਿਧਾਨ ਪੜ੍ਹਾਇਆ। ਸੰਵਿਧਾਨ 'ਚ ਪਹਿਲੀ ਗੱਲ ਹੀ ਲਿਖੀ ਹੋਈ ਹੈ ਕਿ ਹਰ ਭਾਰਤ ਵਾਸੀ ਨੂੰ ਆਪਣੇ ਵਿਚਾਰ ਬੋਲ ਕੇ ਲਿਖ ਕੇ ਪ੍ਰਗਟ ਕਰਨ ਦਾ ਅਧਿਕਾਰ ਹੈ। ਇਸ ਲਈ ਜਦੋਂ ਸੰਵਿਧਾਨ 'ਚ ਅਧਿਕਾਰ ਮਿਲਿਆ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਬੋਲ ਕੇ ਲਿਖ ਕੇ ਪ੍ਰਗਟ ਕਰ ਸਕਦੇ ਹੋ, ਅਤੇ ਫਿਰ ਨਾਰਾਜ਼ ਕਾਹਦਾ ਹੋਣਾ ਬਈ? ਆਪਣੇ ਆਪਣੇ ਵਿਚਾਰ ਨੇ। ਹਰ ਬੰਦੇ ਮੈਨੂੰ ਆਪਣੇ ਵਿਚਾਰਾਂ ਅਨੁਸਾਰ ਪਰਖਣ। ਮੈਂ ਜੋ ਦੂਜੇ ਨੂੰ ਪਰਖਦਾ ਆਪਣੇ ਵਿਚਾਰਾਂ ਅਨੁਸਾਰ ਨਹੀਂ ਪਰਖਦਾ। ਮੈਂ ਗੁਰਬਾਣੀ ਨੂੰ ਕਸਵੱਟੀ ਬਣਾਉਣਾ ਕਿ ਕੀ ਇਸ ਦਾ ਜੀਵਨ ਗੁਰਬਾਣੀ ਅਨੁਸਾਰ ਹੈ। ਜੇ ਹੈ ਤਾਂ ਆਨੰਦ ਹੈ, ਜੇ ਨਹੀਂ ਹੈ ਤਾਂ ਇਹਦਾ ਮਤਲਬ ਅਸੀਂ ਸੁਧਾਰਨਾ ਆਪਣੇ ਆਪ ਨੂੰ। ਕਦੇ ਵੀ ਕਿਸੇ ਨੂੰ ਆਪਣੇ ਵਿਚਾਰਾਂ ਅਨੁਸਾਰ ਨਹੀਂ ਪਰਖੀਦਾ। ਹਰ ਬੰਦੇ ਦੇ ਆਪਣੇ ਵਿਚਾਰ ਨੇ। ਮੈਂ ਤਾਂ ਮੈਂ ਨਹੀਂ ਪੀਂਦਾ ਅਤੇ ਇਹਦਾ ਮਤਲਬ ਮੈਂ ਜਿਹੜੇ ਪੀਣ ਉਹਨੂੰ ਹੇਠ ਕਰਨ ਲੱਗ ਜਾ। ਹਾਂ, ਨਹੀਂ। ਅਤੇ ਗੁਰਬਾਣੀ ਅਨੁਸਾਰ ਦੇਖਦੇ ਵੀ ਗੁਰਬਾਣੀ ਕਿਸ ਚੀਜ਼ ਦੀ ਆਗਿਆ ਦੇ, ਕਿਹਦੀ ਨਹੀਂ। ਜਿਸ ਚੀਜ਼ ਦੀ ਆਗਿਆ ਨਹੀਂ ਦੇ, ਸਾਡਾ ਫਰਜ਼ ਉਹਨਾਂ ਨੂੰ ਸਮਝਾਉਣਾ ਭਾਈ ਆਹ ਨਾ ਕਰਿਆ ਕਰੇ, ਤੁਹਾਡੇ ਲਈ ਲਾਭਦਾਇਕ ਹੈ, ਨੁਕਸਾਨਦਾਇਕ ਹੋਏਗਾ, ਹੋਰ ਕੀ। ਸੋ ਇਸ ਲਈ ਜੋ ਕੁਝ ਸਾਡੇ ਕੋਲ ਹੈ ਉਹ ਸਾਨੂੰ ਵਰਤਣ ਆਉਣਾ ਚਾਹੀਦਾ। ਜਦੋਂ ਹਰ ਇੱਕ ਚੀਜ਼ ਦੀ ਸਹੀ ਵਰਤੋਂ ਹੋਣ ਲੱਗ ਪਈ, ਸਾਡਾ ਜੀਵਨ ਸੁਖੀ ਹੋ ਜਾਏਗਾ। ਸੋ ਜੋਗੀ ਨੂੰ ਇਹੀ ਸਮਝਾਉਂਦੇ ਨੇ ਵੀ ਤਾਂ ਲੋਕ ਵਿਖਾਵੇ,
ਬਾਹਰੋਂ ਮੁੰਦਰਾਂ ਪਾ ਲਈਆਂ, ਅੰਦਰ ਸਬਰ ਸੰਤੋਖ ਕੋਈ ਨਹੀਂ। ਉਹ ਫਿਰ ਕਦੇ ਕਿਆ ਹੈ, ਉਹ ਮੁੰਦਰਾਂ ਪਾਉਣ ਦਾ ਕਿਆ ਕਦ ਲਈ ਪਾਈਆਂ ਪਈ ਉਹ ਤਾਂ ਫਿਰ ਲੋਕ ਵਿਖਾਵਾ ਹੋ। ਕਹਿੰਦੇ ਗੋਦੜੀ ਪਾ ਲਈਏ, ਗੋਦੜੀ ਪਾ ਲਈ ਵੀ ਮੇਰਾ ਕੋਈ ਮੋਹ ਨਹੀਂ ਹੈ ਜੀ। ਕਹਿੰਦੇ ਸਰੀਰ ਨੂੰ ਹੀ ਗੋਦੜੀ ਬਣਾ ਲਓ ਬਸ, ਹੋਰ ਕਿਆ ਉਹਦੇ ਉੱਤੇ ਕੀ ਪਾਣਾ। ਪੰਜ ਚੇਲੇ ਵਸ ਕੀਜੈ ਰਾਵਲ, ਹੈ ਜੋਗੀ ਤੂੰ ਆਪਣੇ ਪੰਜੇ ਇੰਦਰੀਆਂ ਨੂੰ ਵਸ 'ਚ ਕਰ। ਇਹ ਮਨ ਕੀਜੈ ਡੰਡਾ ਤੇ ਮਨ ਨੂੰ ਬਣਾ ਡੰਡਾ। ਹੁਣ ਹੱਥ ਡੰਡਾ ਫੜਿਆ ਦਾ ਜੋਗੀਆਂ ਨੇ। ਮਨ ਨੂੰ ਕਾਬੂ ਕਰ, ਮਨ ਨੂੰ ਕਾਬੂ ਕਰ, ਇਹੀ ਡੰਡਾ ਹੈ। ਬਜਾਏ ਕਿ ਡੰਡਾ ਫੜੀ ਫਿਰੇ ਹੱਥ 'ਚ। ਮਨ ਨੂੰ ਕਾਬੂ ਕਰ, ਇਹੀ ਤੇਰੇ ਲਈ ਡੰਡਾ ਹੈ। ਇਹ ਪੰਜਾਂ ਇੰਦਰੀਆਂ ਨੂੰ ਕਾਬੂ ਕਰ, ਇਹੀ ਤੇਰੇ ਚੇਲੇ ਨੇ। ਅੰਦਰ ਸਬਰ ਸੰਤੋਖ ਪੈਦਾ ਕਰ, ਇਹੀ ਤੇਰੀਆਂ ਮੁਦਰਾਂ ਨੇ। ਜੋਗ ਜੁਗਤ ਇਵ ਪਾਵਿਸਤਾ, ਏਕ ਸ਼ਬਦ ਦੂਜਾ ਹੋਰ ਨਾਸਤ। ਕੰਦ ਮੂਲ ਮਨ ਲਾਵਿਸਤਾ। ਕਹਿੰਦੇ ਤੂੰ ਜੋਗ ਦੀ ਜੁਗਤੀ ਇਵ ਪਾਵਿਸਤਾ, ਇਸ ਤਰ੍ਹਾਂ ਪਾਏਂਗਾ ਜਿਵੇਂ ਉੱਪਰ ਕਿਹਾ। ਤੂੰ ਇਸ ਤਰ੍ਹਾਂ ਜੋਗ ਦੀ ਜੁਗਤੀ ਪਾਏਂਗਾ। ਏਕ ਸ਼ਬਦ ਪਰਮਾਤਮਾ ਦਾ ਨਾਮ ਜਪ, ਦੂਜਾ ਹੋਰ ਨਾਸਤ। ਹੋਰ ਤੇ ਕੋਈ ਸ਼ਬਦ ਹੀ ਨਹੀਂ ਹੈ ਜਿਹੜਾ ਤੈਨੂੰ ਪਰਮਾਤਮਾ ਨਾਲ ਮਿਲਾ ਸਕੇ। ਇੱਕੋ ਹੀ ਸ਼ਬਦ ਹੈ, ਪਰਮਾਤਮਾ ਦਾ ਨਾਮ ਹੈ, ਉਹੀ ਤੈਨੂੰ ਪਰਮਾਤਮਾ ਨਾਲ ਮਿਲਾ ਸਕਦਾ ਹੈ। ਕੰਦ ਮੂਲ ਮਨ ਲਾਵਿਸਤਾ, ਤੂੰ ਤੇ ਜੜੀਆਂ ਬੂਟੀਆਂ ਖਾ ਕੇ ਮਨ ਲਾਇਆ ਹੈ ਤੈਨੂੰ। ਹਾਂਜੀ ਇਸੇ 'ਚ ਹਾਂਜੀ ਮੈਂ ਤਾਂ ਰੋਟੀ ਨਹੀਂ ਖਾਂਦਾ ਜੀ, ਮੈਂ ਤਾਂ ਜੜੀਆਂ ਬੂਟੀਆਂ ਖਾ ਕੇ ਗੁਜ਼ਾਰਾ ਕਰਦਾ। ਕਈ ਕਹਿਣਗੇ ਅਸੀਂ ਫਲੋਂ ਧਾਰੀਆਂ ਜੀ, ਬਸ ਇਕੱਲਾ ਫਲ ਖਾਂਦੇ, ਅਸੀਂ ਅੰਨ ਨਹੀਂ ਖਾਂਦੇ। ਕੋਈ ਕਹਿੰਦਾ ਮੈਂ ਦੁੱਧ ਦਾ ਧਾਰੀ, ਮੈਂ ਸਿਰਫ ਦੁੱਧ ਪੀਣਾ ਜੀ, ਅੰਨ ਨਹੀਂ ਖਾਂਦਾ ਹੈ। ਫਿਰ ਦੱਸ ਪਰਮਾਤਮਾ ਨੇ ਕਿੰਨਾ ਕੁਛ ਖਾਣ ਪੀਣ ਨੂੰ ਬਣਾਇਆ, ਕੁਛ ਤਾਂ ਅਸੀਂ ਬਣਾਇਆ, ਉਹਦੀ ਗੱਲ ਨਹੀਂ। ਜੋ ਪਰਮਾਤਮਾ ਨੇ ਬਣਾਇਆ ਉਹ ਸਭ ਠੀਕ ਹੈ, ਜੋ ਪਰਮਾਤਮਾ ਨੇ ਬਣਾਇਆ ਉਹ ਸਭ ਠੀਕ ਹੈ। ਆਹ ਨਸ਼ੇ ਨੁਸ਼ੇ ਤਾਂ ਅਸੀਂ ਬਣਾਏ ਨੇ, ਇਹ ਤਾਂ ਸਾਡੇ ਬਣਾਏ, ਪਰਮਾਤਮਾ ਦੇ ਨਹੀਂ ਬਣਾਏ ਹੋਏ। ਇਹ ਸਾਡੇ ਬਣਾਏ ਹੋਏ ਨੇ। ਠੀਕ ਹੈ, ਕਿੱਕਰ ਬਣਾਇਆ, ਸੱਕ ਹੈ, ਗੂੰਦ ਹੈ, ਸਭ ਕੁਛ ਹੈ, ਗੁੜ ਹੈ। ਉਹਦੇ ਇਹ ਚੀਜ਼ਾਂ ਬਣਾਈਆਂ ਸਨ। ਮੇਹਾ ਭਾਈ ਦਾਤਨ ਕਰ ਲਓ। ਕਿੱਕਰ ਦਾ ਦੰਦਾਸਾ ਹੈ, ਜਦ ਵੀ ਦੰਦਾਂ ਨੂੰ ਸਾਫ਼ ਕਰਦਾ, ਬੁੱਲ੍ਹਾਂ ਨੂੰ ਰੰਗਦਾ ਹੈ, ਲਿਪਸਟਿਕ ਲਾਉਣ ਦੀ ਲੋੜ ਨਹੀਂ। ਪਹਿਲਾਂ ਕਿੱਕਰ ਦਾ ਜਿਹੜੇ ਉੱਤੇ ਛਿੱਲੜ ਹੁੰਦੇ ਸੀ, ਉਸ ਤੋਂ ਦੰਦਾਸਾ ਬਣਾਇਆ ਜਾਂਦਾ। ਉਹ ਚੱਬੀ ਜਾਂਦੇ ਸਨ, ਚੱਬੀ ਜਾਂਦੇ ਛਿੱਲ ਨੂੰ, ਚੱਬੀ ਜਾਂਦੇ ਸੀ। ਉਹ ਹੌਲੀ ਹੌਲੀ ਫਿਰ ਨਰਮ ਹੋ ਜਾਂਦੇ ਸੀ। ਉਹ ਜਿਹੜੀ ਸੀ ਉਹ ਮੂੰਹ ਨੂੰ ਲੱਗ ਜਾ ਕਿਤੇ ਰੰਗ ਉਹਦਾ, ਅਤੇ ਜਦੋਂ ਨਰਮ ਹੋ ਜਾਂਦੇ ਉਹਦੇ ਨਾਲ ਫਿਰ ਦੰਦਾਂ ਨੂੰ ਰਗੜਦੇ ਸਨ, ਦੰਦ ਸਾਫ਼ ਹੁੰਦੇ ਸਨ। ਅਤੇ ਉਹ ਰਸ ਜਿਹੜਾ ਸੀ ਆਪੇ ਬੁੱਲ੍ਹਾਂ ਨੂੰ ਰੰਗਦਾਰ ਕਰਦਾ ਸੀ। ਲਿਪਸਟਿਕ ਲਾਉਣ ਦੀ ਲੋੜ ਨਹੀਂ ਸੀ, ਕੁਦਰਤ ਵੱਲੋਂ ਸੀ। ਉਹ ਕੁਦਰਤ ਨੇ ਜੋ ਬਣਾਇਆ ਉਹ ਠੀਕ ਬਣਾਇਆ। ਅਸੀਂ ਫਿਰ ਉਹਨਾਂ ਚੀਜ਼ਾਂ ਦੀ ਆਪਣੇ ਤਰੀਕੇ ਨਾਲ ਵਰਤੋਂ ਕਰਕੇ ਉਹ ਪਤਾ ਨਹੀਂ ਕੀ ਕੁਛ ਬਣਾ ਲਿਆ। ਸੋ ਇਸ ਲਈ ਕਹਿੰਦੇ ਮੂੰਡ ਮੁੰਡਾਇਆ ਜੇ ਗੁਰ ਪਾਈਏ, ਹਮ ਗੁਰ ਕੀਨੀ ਗੰਗਤ। ਇਹ ਜੋਗੀ ਕਹਿੰਦੇ ਗੰਗਾ 'ਤੇ ਜਾਂਦੇ ਨੇ, ਉੱਥੇ ਜਾ ਕੇ ਸਿਰ ਮਨਾਉਂਦੇ ਨੇ, ਫਿਰ ਗੁਰੂ ਧਾਰਨ ਕਰਦੇ ਨੇ। ਕਹਿੰਦਾ ਤੂੰ ਗੰਗਾ 'ਤੇ ਜਾ ਕੇ ਸਿਰ ਮਨਾਉਣਾ ਗੁਰੂ ਧਾਰਨ ਕਰਨ ਲਈ। ਹਮ ਗੁਰ ਕੀਨੀ ਗੰਗਤ, ਸਾਡੇ ਲਈ ਤਾਂ ਗੁਰੂ ਹੀ ਗੰਗਾ ਹੈ। ਸਾਨੂੰ ਕਿਸੇ ਗੰਗਾ 'ਤੇ ਜਾ ਕੇ ਸਿਰ ਮਨਾਉਣ ਦੀ ਲੋੜ ਨਹੀਂ ਜੋਗੀ, ਸਾਡੇ ਲਈ ਤਾਂ ਗੁਰੂ ਹੀ ਗੰਗਾ ਹੈ। ਤ੍ਰਿਭਵਨ ਤਾਰਨ ਹਾਰ ਸੁਆਮੀ, ਏਕ ਨ ਚੇਤਸ ਅੰਧਾਤਾ। ਅੰਧਾਤਾ ਦਾ ਅੰਨਾ ਭਾਵ ਅਗਿਆਨੀ। ਪਰਮਾਤਮਾ ਜਿਹੜਾ ਤਿੰਨਾਂ ਭਵਨਾਂ ਨੂੰ ਤਾਰਨ ਵਾਲਾ ਹੈ। ਤ੍ਰਿਭਵਨ ਤਾਰਨ ਹਾਰ ਸੁਆਮੀ, ਪਰਮਾਤਮਾ ਤਿੰਨਾਂ ਭਵਨ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਤਿੰਨਾਂ ਦੇ ਜਿੰਨੇ ਜੀਵ ਰਹਿੰਦੇ ਨੇ, ਪਰਮਾਤਮਾ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ। ਏਕ ਨ ਚੇਤਸ ਅੰਧਾਤਾ, ਪਰੇ ਗਿਆਨੀ ਇੱਕ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਹੈ। ਜਿਹਨੇ ਪਾਰ ਉਤਾਰਾ ਕਰਨਾ ਉਸ ਨੂੰ ਮਨੁੱਖ ਯਾਦ ਹੀ ਨਹੀਂ ਕਰਦਾ। ਇਹ ਅੰਧਾਤਾ ਹੈ, ਅੰਨਾ ਹੈ, ਅਗਿਆਨੀ ਹੈ। ਕਾਰ ਪਟੰਬ ਗੱਲੀ ਮਨ ਲਾਵਸ, ਗੱਲੀ ਕਰ ਪਟੰਬ ਗੱਲੀ ਮਨ ਲਾਵਸ। ਸੰਸਾ ਮੂਲ ਨਾ ਜਾਵਸਤਾ, ਏਕਸ ਚਰਨੀ ਜੇ ਚਿਤ ਲਾਵੇਂ,
ਲਵ ਲੋਭ ਕੀ ਧਾਵਿਸਤ। ਪਟੰਬ, ਪਖੰਡ, ਲੋਕ ਵਿਖਾਵਾ। ਤੂੰ ਕਹਿੰਦੇ ਲੋਕ ਵਿਖਾਵਾ ਕਰਦਾ, ਤੂੰ ਅੰਦਰੋਂ ਕੁਛ ਹੋਰ ਹੈ, ਬਾਹਰੋਂ ਕੁਛ ਹੋਰ ਹੈ। ਪਖੰਡ ਕਿਹਨੂੰ ਕਹਿੰਦੇ ਨੇ? ਅੰਦਰੋਂ ਕੁਝ ਹੋਰ ਹੋਣਾ, ਬਾਹਰੋਂ ਕੁਝ ਹੋਰ ਹੋਣਾ। ਮੰਨ ਲਓ ਮੈਂ ਪਜਾਮੀ ਵੀ ਪਾਈ ਹੈ, ਕਮੀਜ਼ ਵੀ ਪਾਈ ਹੈ, ਗੋਲ ਪੱਗ ਵੀ ਬੰਨ੍ਹ ਲਵਾਂ ਹੈ, ਅਤੇ ਗਲ 'ਚ ਹੀ ਕੱਪੜਾ ਪਾ ਰਿਹਾ, ਆ ਕੋਈ ਸੰਤ ਮਹਾਤਮਾ ਜਾ ਰਿਹਾ। ਮੈਨੂੰ ਕਈ ਕਹਿਣਗੇ ਬਾਬਾ ਜੀ ਤੁਸੀਂ ਗੋਲ ਪੱਗ ਨਹੀਂ ਬੰਨ੍ਹਦੇ। ਮੈਂ ਭਰਾ ਮੈਂ ਜੇ ਗੋਲ ਪੱਗ ਦੇ ਬੰਨ੍ਹਣ ਦੇ ਯੋਗ ਹੀ ਨਹੀਂ ਹੋਇਆ। ਐਸ ਪੱਗ ਨਾਲ ਮੈਨੂੰ ਕੋਈ ਸੰਤ ਮਹਾਤਮਾ ਨਹੀਂ ਕਹੇਗਾ। ਉਹ ਅਗਲਾ ਕਹੇਗਾ ਪਾਠੀ ਪੁੱਠੀ ਹੋਣਾ, ਕੋਈ ਗਿਆਨੀ ਤਾਂ ਨਹੀਂ ਹੋਣਾ, ਸੰਤ ਨਹੀਂ ਗਾ। ਜਿੱਦੇ ਮੈਂ ਗੋਲ ਪੱਗ ਬੰਨ੍ਹ ਲਈ ਨਾ, ਫਿਰ ਲੋਕਾਂ ਨੂੰ ਕਹਿਣਾ ਵੀ ਕੋਈ ਸੰਤ ਮਹਾਤਮਾ ਜਾ ਰਿਹਾ ਹੈ। ਸੰਤ ਮਹਾਤਮਾ ਹੈ ਨਹੀਂ, ਆਪਣੇ ਸਿਰ 'ਤੇ ਭਾਰ ਹੀ ਚੜ੍ਹਾਉਣਾ, ਇਸ ਲਈ ਮੈਂ ਨਹੀਂ ਕਰਦਾ। ਹਾਂ, ਜਿੱਦੇ ਕੁਛ ਹੋ ਗਿਆ ਉਹਦੇ ਮੈਂ ਬੰਨ੍ਹ ਲਾਂਗਾ, ਫਿਰ ਮੈਨੂੰ ਕੋਈ ਅਫਸੋਸ ਨਹੀਂ ਹੋਵੇਗਾ। ਪਰ ਇਹ 'ਤੇ ਕੋਈ ਗੱਲ ਹੈ ਨਹੀਂ, ਐਵੇਂ ਮੈਂ ਕੰਮ ਨਹੀਂ ਬੰਨ੍ਹਦਾ ਮੈਂ ਗੋਲ, ਕਿਉਂਕਿ ਉਹ ਫਿਰ ਪਖੰਡ ਹੋ ਜਾਏਗਾ, ਉੱਤੋਂ ਹੋਰ ਕੁਝ ਹੋਰ। ਇਸ ਲਈ ਕਹਿੰਦੇ ਗੁਰੂ ਮਹਾਰਾਜ ਕਾਰ ਪਟੰਬ ਗੱਲੀ ਮਨ ਲਾਵਸ। ਤੂੰ ਕਹਿੰਦਾ ਵਿਖਾਵਾ ਕਰਦਾ, ਤੂੰ ਪਖੰਡ ਕਰਦਾ, ਅਤੇ ਗੱਲਾਂ ਬਾਤਾਂ ਨਾਲ ਮਨ ਪਰਚਾ ਲੈਂਦਾ ਹੈ। ਸੰਸਾ ਮੂਲ ਨਾ ਜਾਵਸਤਾ, ਪਰ ਤੇਰੇ ਜਿਹੜੇ ਅੰਦਰ ਸੰਸਾ ਹੈ ਨਾ, ਉਹ ਨਹੀਂ ਹੁੰਦਾ ਖਤਮ, ਕਿਉਂਕਿ ਜਿੰਨੇ ਚਿਰ ਸੰਸਾ ਹੈ ਉਹਨਾਂ 'ਚ ਲਾਈਨ ਨਹੀਂ ਕਲੀਅਰ ਹੁੰਦੀ। ਸੰਸਾ ਕਦੋਂ ਪੈਦਾ ਹੁੰਦਾ ਹੈ? ਜਦ ਦੋ ਵਿਚਾਰ ਪੈਦਾ ਹੋ ਜਾਂਦਾ। ਤੁਸੀਂ ਦੂਖ ਨਾਰਾਇਣ ਸਾਹਿਬ ਤੋਂ ਸੜਕ ਚੱਲ ਪਏ ਹੋ, ਨਾਭੇ ਜਾਣਾ, ਥਾਪਰ ਕਾਲਜ ਕੋਲ ਉੱਥੇ ਦੋ ਸੜਕਾਂ ਹੋ ਗਏ, ਖੱਬੇ ਕਿ ਸੱਜੇ। ਹੁਣ ਸੰਸਾ ਅੰਦਰ ਪੈਦਾ ਹੋ ਗਈ ਵੀ ਇਹਨੇ ਕਿਹੜੇ ਪਾਸੇ ਠੀਕ ਹੈ। ਜਿੰਨਾ ਚਿਰ ਕੋਈ ਦੱਸਦਾ ਨਹੀਂ ਹੈ, ਅਸੀਂ ਸੰਸੇ ਵਿੱਚ ਹੀ ਰਹਾਂਗੇ। ਜਦੋਂ ਕੋਈ ਦੱਸੇਗਾ ਜੀ ਆਹ ਸੜਕ ਜਾਂਦੀ ਹੈ ਨਾਭੇ ਨੂੰ, ਸਾਡਾ ਸੰਸਾ ਖਤਮ ਹੋ ਗਿਆ। ਇਸ ਲਈ ਤੇਰੇ ਅੰਦਰ ਹੈ ਜੋਗੀ ਸੰਸਾ ਹੈ। ਤੂੰ ਜੋ ਅੰਦਰੋਂ ਹੈ ਉਹ ਬਾਹਰੋਂ ਨਹੀਂ ਹੈ, ਅਤੇ ਜੋ ਬਾਹਰੋਂ ਹੈ ਉਹ ਤੂੰ ਅੰਦਰੋਂ ਨਹੀਂ ਹੈ। ਇਸ ਲਈ ਤੇਰੀ ਗੱਲ ਨਹੀਂ ਬਣਨੀ। ਏਕਸ ਚਰਨੀ ਜੇ ਤਲਾਮੇ, ਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਨਾਲ ਚਿੱਤ ਜੋੜ ਦੇਣਾ, ਲਵ ਲੋਭ ਕੀ ਧਾਵਿਸਤ, ਫਿਰ ਕਿਸੇ ਲਾਲਚ ਮਗਰ ਭੱਜਿਆ ਨਹੀਂ ਫਿਰੇਗਾ। ਫਿਰ ਤੇਰੇ ਅੰਦਰ ਕੋਈ ਲਾਲਚ ਨਹੀਂ ਰਹੇਗਾ, ਤੇਰੀ ਜ਼ਿੰਦਗੀ ਭੱਜ ਨੱਠ ਖਤਮ ਹੋ ਜਾਏਗੀ। ਇਹ ਜਿਹੜਾ ਮਾਇਆ ਦੀ ਲਾਲਚ ਹੈ, ਇਹੀ ਸਾਨੂੰ ਥਾਂ ਥਾਂ 'ਤੇ ਲੈ ਕੇ ਜਾਂਦੀ ਹੈ। ਇੱਕ ਆਇਆ ਮੈਂ BA ਕੀਤੀ ਹੈ, ਫੌਰਨ ਜਾਣਾ ਹੈ, ਆਈਲੈਟਸ ਕਰ ਲੈ, ਚਲੇ ਜਾ, ਕਦੇ 6 ਵਾਰੀ ਦੇ ਲੈ ਪੇਪਰ ਜੀ, ਪਾਸ ਹੀ ਨਹੀਂ ਹੁੰਦਾ। ਮੈਂ ਫਿਰ ਕਹਿੰਦਾ ਏਜੰਟ ਕਹਿੰਦਾ ਮੈਂ 37 ਲੱਖ ਰੁਪਈਆ ਲਾਂਗਾ, ਤੈਨੂੰ ਜਿਹੜਾ ਹੈ ਵਰਕ ਪਰਮਿਟ 'ਤੇ ਭੇਜ ਦੇਣਾ। ਮੈਂ ਫਿਰ ਤੇਰੀ ਕੀ ਸਲਾਹ? ਕਹਿੰਦਾ ਲਾ ਦੇਣਾ 37 ਲੱਖ। ਮੈਂ ਦੇਖ, ਇੱਕ ਤੂੰ ਪੰਜਾਬ ਦਾ, ਦੂਜਾ ਤੂੰ ਸਰਦਾਰ ਹੈ, ਇਹਦਾ ਵੱਡਾ ਬੇਵਕੂਫ ਕੌਣ ਹੋਏਗਾ? ਤੂੰ 37 ਲੱਖ ਲਾ ਕੇ ਜਾਏਗਾ, ਦਿਹਾੜੀ ਕਰੇਗਾ ਉੱਥੇ ਜਾ ਕੇ। ਤੂੰ 10,000 ਰੁਪਏ ਦੀ ਜਿਸ ਪਿੰਡ 'ਚ ਰਹਿਣਾ, ਅਤੇ ਉੱਥੇ ਕੋਈ ਦੁਕਾਨ ਕਿਰਾਏ 'ਤੇ ਲੈ 5 ਲੱਖ ਦਾ ਵਿੱਚ ਸਮਾਨ ਪਾ ਲੈ। ਉਹ ਬੱਲੇ ਬੱਲੇ ਜੀ ਵੀ ਹਾਂ ਫਲਾਣ ਜੱਟ ਐਡੀ ਵੱਡੀ ਦੁਕਾਨ ਪਿੰਡ 'ਚ ਖੋਲ੍ਹ ਲਈ, ਸਾਰੇ ਗਾਹਕ ਤੇਰੇ ਵੱਲ ਨੂੰ ਆ ਜਾਣੇ। ਕਿਉਂ? ਤੂੰ ਧੱਕੇ ਖਾ ਰਹੇ। ਤੁਸੀਂ ਮਜ਼ਦੂਰੀ ਤੋਂ ਬਿਨਾਂ ਹੋਰ ਕਿਉਂ ਨਹੀਂ ਕੁਛ ਕਰਨਾ ਚਾਹੁੰਦੇ? ਮੈਂ ਦੇਖਿਆ ਹੈਰਾਨ ਹਾਂ ਮੈਂ ਲੋਕ ਵੀ ਇਹਨੂੰ ਹੋਰ ਕੋਈ ਸੁਝਦਾ ਹੀ ਨਹੀਂ ਹੈਗਾ। ਬਸ ਦੱਸ, ਮੈਂ ਤੂੰ 37 ਲੱਖ ਲਾ ਕੇ ਬਾਹਰ ਚੱਲੇ। ਮੈਂ ਫਿਰ ਪੁੱਛਿਆ ਗੁਰੂ ਮਹਾਰਾਜ ਨੇ ਵੀ MA ਕਰ ਲਿਆ? ਹਾਂ ਕਹਿੰਦੇ ਕਰ ਲਿਆ। ਮੈਂ ਤੂੰ ਕਾਕਾ MA ਕਰ ਲੈ, ਫਿਰ ਟਰਾਈ ਕਰ ਲਈ, ਕਿਉਂ ਨਾ ਜਾ। ਮੈਂ ਬਾਕੀ ਤੇਰੀ ਮਰਜ਼ੀ ਹੈ ਭਾਈ, ਮੈਂ ਤਾਂ ਜੋ ਕਹਿਣਾ ਸੀ ਕਹਿਤਾ। ਤੂੰ ਮੈਂ 37 ਲੱਖ ਰੁਪਈਆ ਲਾ ਕੇ ਚੱਲੇ, ਉਹ ਤੈਨੂੰ ਸਾਲ ਦਾ ਦਿੰਦਾ ਹੈ, ਵਰਕ ਪਰਮਿਟ 2 ਸਾਲ ਦਾ ਦਿੰਦਾ ਹੈ। ਅੱਗੇ ਕੀ ਪਤਾ ਤੂੰ ਕੀ ਅਗਲੇ ਨੇ ਕੰਮ ਕਰਾਉਣਾ ਹੈ। ਸੋ ਤਾਂ ਕਹਿੰਦੇ ਏਕਸ ਚਰਨੀ ਜੇ ਚਿਤ ਲਾਵੇਂ, ਲਵ ਲੋਭ ਕੀ ਧਾਵਸਤਾ। ਤੂੰ ਜੇ ਇੱਕ ਪਰਮਾਤਮਾ ਦੇ ਚਰਨਾਂ ਜੁੜ ਜਾਣਾ, ਤੈਨੂੰ ਲਾਲਚ ਦੇ ਮਗਰ ਭੱਜਣ ਦੀ ਲੋੜ ਹੀ ਨਹੀਂ ਹੈਗੀ। ਜਪਸ ਨਿਰੰਜਨ ਰਚਸ ਮਨਾ, ਹੈ ਮਨਾ ਤੂੰ ਨਾਮ ਜਪ, ਉਹਦੇ ਰਚ ਮਿਚ ਜਾ ਪਰਮਾਤਮਾ ਨਾਲ।
ਪਰਮਾਤਮਾ ਰਚ ਵਿੱਚ ਜਾ, ਉਹਦਾ ਨਾਮ ਜਪ। ਕਾਹੇ ਬੋਲੇ ਜੋਗੀ ਕਪਟ ਕਰਨਾ। ਫਿਰ ਜੋਗੀ ਕਿਉਂ ਐਵੇਂ ਫਜ਼ੂਲ ਦਾ ਬੋਲੀ ਜਾਂਦਾ, ਕਿਉਂ ਲੋਕਾਂ ਨਾਲ ਕਪਟ ਕਰਦਾ ਹੈ, ਠੱਗੀਆਂ ਕਰਦਾ ਹੈ। ਕਾਇਆ ਕਮਲੀ ਹੰਸ ਇਆਣਾ, ਮੇਰੀ ਮੇਰੀ ਕਰਤ ਬਿਹਾਣੀ। ਤਾਂ ਇਹ ਸਰੀਰ ਤਾਂ ਕਮਲੀ ਹੈ, ਇਹ ਜਿਹੜਾ ਹੰਸ ਜਿਹੜਾ ਵਿੱਚ ਆਤਮਾ ਬੈਠੀ ਹੈ ਉਹ ਅਜੇ ਇਆਣਾ ਹੈ, ਉਹ ਸਿਆਣਾ ਨਹੀਂ ਹੈ। ਸਰੀਰ ਕਮਲ ਹੈ ਅਤੇ ਜਿਹੜਾ ਵਿੱਚ ਜੀਵ ਆਤਮਾ ਹੈ ਉਹ ਅਗਿਆਨੀ ਹੈ। ਇਸ ਲਈ ਮਨੁੱਖ ਮੇਰੀ ਮੇਰੀ ਕਰਤ ਬਿਹਾਣੀ। ਤਾਂ ਮੇਰੀ ਮੇਰੀ ਕਰਦੇ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੈ। ਪ੍ਰਣਵਤ ਨਾਨਕ ਨਾਂਗੀ ਦਜ, ਫਿਰ ਪਾਛੈ ਪਛਤਾਣੀ। ਤਾਂ ਕਹ ਜੋ ਤੇਰੇ ਨੰਗਿਆ ਸਰੀਰ ਨੂੰ ਫਿਰ ਸਾੜਿਆ ਜਾਏਗਾ ਨਾ, ਫਿਰ ਪਿੱਛੋਂ ਪਛਤਾਏਗੀ ਜੀਵ ਆਤਮਾ ਵੀ ਆਏ ਸੀ ਕੀ ਕਰਨ, ਕੀਤਾ ਕੀ। ਨਾਮ ਨਾ ਜਪਿਆ, ਮਾਇਆ ਦੇ ਮਗਰ ਲੱਗੇ ਫਿਰ, ਆਪਣੇ ਇੰਦਰੀਆਂ ਨੂੰ ਕੰਟਰੋਲ ਨਹੀਂ ਕੀਤਾ, ਇਹਨਾਂ ਦੇ ਮਗਰ ਲੱਗੇ ਰਹੇ, ਜੀਵਨ ਐਵੇਂ ਹੀ ਬਤੀਤ ਕਰਤਾ। ਅਤੇ ਅਖੀਰ ਨੂੰ ਕਹਿੰਦਾ ਅਗਲੇ ਨੇ ਨੰਗੇ ਸਾੜ ਦੇਣਾ ਅਤੇ ਮਗਰੋਂ ਫਿਰ ਪਛਤਾਉਂਦਾ ਰਹਿੰਦਾ ਜੀਵ ਆਤਮਾ। ਸੋ ਸਤਿਕਾਰਯੋਗ ਸਾਧ ਸੰਗਤ, ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਅਸੀਂ ਕਿਸ ਕੰਮ ਆਏ ਹਾਂ। ਜਾ ਕੋ ਆਏ ਸੋਈ ਬਿਹਜ, ਅਸੀਂ ਨਾਮ ਜਪਣਾ ਹੈ, ਅਸੀਂ ਨਾਮ ਧਨ ਇਕੱਠਾ ਕਰਨਾ ਹੈ। ਵਿਹਾਜਣ ਦੇ ਦੋ ਅਰਥ ਨੇ, ਇੱਕ ਹੈ ਖਰੀਦਣਾ, ਦੂਜਾ ਇਕੱਠਾ ਕਰਨਾ। ਅਸੀਂ ਨਾਮ ਧਨ ਇਕੱਠਾ ਕਰਨਾ ਹੈ। ਸਿੱਖ ਨੇ ਦੋਨੋਂ ਧਨ ਇਕੱਠੇ ਕਰਨੇ ਨੇ, ਸੰਸਾਰਿਕ ਧਨ ਵੀ ਇਕੱਠਾ ਕਰਨਾ, ਨਾਮ ਧਨ ਵੀ ਇਕੱਠਾ ਕਰਨਾ। ਸਾਡੀ ਜ਼ਿੰਦਗੀ ਬੈਲੈਂਸਡ ਚਾਹੀਦੀ ਹੈ, ਵਨ ਸਾਈਡਡ ਨਹੀਂ ਚਾਹੀਦੀ। ਨਿਰਾ ਸੰਸਾਰਿਕ ਧਨ ਨਹੀਂ ਇਕੱਠਾ ਕਰਨਾ, ਨਾਮ ਧਨ ਵੀ ਇਕੱਠਾ ਕਰਨਾ। ਨਿਰਾ ਨਾਮ ਧਨ ਹੀ ਨਹੀਂ ਹੋਣਾ ਚਾਹੀਦਾ, ਸੰਸਾਰਿਕ ਧਨ ਵੀ ਹੋਣਾ ਚਾਹੀਦਾ, ਤਾਂ ਹੀ ਸਾਡੀ ਸੰਸਾਰਿਕ ਲੋੜਾਂ ਪੂਰੀਆਂ ਹੋਣਗੀਆਂ। ਨਾਮ ਧਨ ਮਨ ਦੇ ਆਤਮਾ ਦੇ ਕੰਮ ਹੁੰਦਾ, ਸੰਸਾਰਿਕ ਧਨ ਜਿਹੜਾ ਹੈ ਸਰੀਰ ਦੇ ਕੰਮ ਹੁੰਦਾ। ਅਤੇ ਅਸੀਂ ਸਰੀਰ ਵੀ ਹਾਂ, ਅਸੀਂ ਮਨ ਵੀ ਹਾਂ। ਜੇ ਸਾਡਾ ਸਰੀਰ ਵੀ ਸੁਖੀ ਹੋਵੇ ਅਤੇ ਮਨ ਵੀ ਸੁਖੀ ਹੋਵੇ, ਅਸਲ 'ਚ ਉਦੋਂ ਹੀ ਅਸੀਂ ਪੂਰਨ ਤੌਰ 'ਤੇ ਸੁਖੀ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।